ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ। ਪਰਮ ਸਤਿਕਾਰਯੋਗ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਸਾਹਿਬ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਜੀਵ ਵਡਭਾਗੀ ਹਾਂ ਜੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦਾ ਸਦਕਾ ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੰਗਤ ਰੂਪ ਦੇ ਵਿੱਚ ਇਕੱਤਰ ਹੋ ਕੇ ਸਤਿਗੁਰਾਂ ਦੇ ਪਾਵਨ ਉਪਦੇਸ਼ ਦੁਆਰਾ ਆਪਣੇ ਜੀਵਨ ਨੂੰ ਸਫਲ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਆਓ, ਗੁਰਮੁਖ ਆਪਾਂ ਨੂੰ ਸਮਝਾ ਰਹੇ ਸਨ ਕਿ ਅੱਜ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ, ਉਹਨਾਂ ਦੇ ਸ਼ਹੀਦੀ ਗੁਰਪੁਰਬ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਹਨਾਂ ਦੀ ਯਾਦ 'ਚ ਜੁੜ ਕੇ ਬੈਠੇ ਹਾਂ। ਸਮਝਾ ਰਹੇ ਸਨ ਗੁਰਮੁਖ ਆਪਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਸ ਪੁਰਸ਼ਾਂ ਦਾ ਵਰਣਨ ਕੀਤਾ ਗਿਆ ਤੇ ਉਹਨਾਂ ਨੂੰ ਸੰਸਾਰ ਦੇ ਅੰਦਰ ਆਉਣਾ ਧੰਨ ਆਖਿਆ ਗਿਆ, ਜਿਨ੍ਹਾਂ ਨੇ ਯਾਦ ਕਰਕੇ ਪਰਮੇਸ਼ਰ ਦਾ ਨਾਮ ਚਿਤਾਵੇ। ਆਪਾਂ ਸਰਵਣ ਕਰਦੇ ਹਾਂ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਕਰੇ ਸੰਸਾਰ, ਨਾਨਕ ਤਹਿ ਜਨ ਕੋ ਸਦਾ ਨਮਸਕਾਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦੇ ਇਤਿਹਾਸ ਬਾਰੇ ਆਪਾਂ ਸਾਰੇ ਜਾਣੂ ਹਾਂ ਕਿ ਉਹਨਾਂ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਇੱਕ ਇਹੋ ਜੀ ਰਚਨਾ ਪਾ ਦਿੱਤੀ ਸੰਸਾਰ 'ਚ, ਜੋ ਗੁਰੂ ਨਾਨਕ ਦਾ ਘਰ ਸਾਨੂੰ ਇਹ ਸਿਖਾ ਰਿਹਾ ਸੀ ਸ਼ੁਰੂ ਤੋਂ ਕਿ ਕਿਸੇ ਦੇ ਦਰਦ ਨੂੰ ਪਹਿਚਾਨਣ ਦੇ ਲਈ, ਕਿਸੇ ਦਾ ਦਰਦ ਘਟਾਉਣ ਦੇ ਲਈ ਆਪਾਂ ਵਾਰ ਜਾਣਾ। ਉਹ ਪ੍ਰੈਕਟੀਕਲ ਰੂਪ ਦੇ ਅੰਦਰ ਸਾਨੂੰ ਕਰਕੇ ਵਿਖਾਇਆ। ਤਦ ਕਰਕੇ ਫਿਰ ਆਪਾਂ ਉਹਨਾਂ ਦੀ ਜਾਚ 'ਚ ਜੁੜ ਕੇ ਬੈਠੇ ਹਾਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦੇ ਉਚਾਰਨ ਕੀਤੇ ਵੇ ਉਸੇ ਹੀ ਸਮੇਂ ਦੇ ਸ਼ਲੋਕ ਆਪਾਂ ਸਰਵਣ ਕਰ ਰਹੇ ਸੀ, ਜਿਨ੍ਹਾਂ ਅੰਦਰ ਆ ਸਾਰੇ ਸੰਸਾਰ ਨੂੰ ਝੂਠ ਦੱਸ ਕੇ, ਕੂੜ ਦੱਸ ਕੇ ਸਾਨੂੰ ਇੱਕ ਪੁਆਇੰਟ ਦੇ ਉੱਪਰ ਖੜੇ ਕੀਤਾ ਕਿ ਜੇ ਤੁਹਾਡੇ ਕੰਮ ਆਉਣ ਵਾਲੀ ਕੋਈ ਵਸਤੂ ਹੈ, ਉਹ ਹੈ ਪ੍ਰਭੂ ਦੀ ਭਗਤੀ ਤੇ ਪ੍ਰਮਾਤਮਾ ਦਾ ਨਾਮ। ਬੜੇ ਸੌਖੇ ਸ਼ਬਦਾਂ ਦੇ ਅੰਦਰ ਸਾਨੂੰ ਸਮਝਾਇਆ, ਜਿਸ ਨੂੰ ਗ੍ਰਹਿਣ ਕਰਨ ਦੀ ਅੱਜ ਆਪਾਂ ਨੂੰ ਲੋੜ ਹੈ, ਕਿਉਂਕਿ ਸਮਾਂ ਇਹੋ ਜਿਹੇ ਮੋੜ ਤੇ ਖੜਾ। ਅਸੀਂ ਗੁਰੂ ਨਾਲ ਪਿਆਰ ਵੀ ਬਹੁਤ ਕਰਦੇ ਹਾਂ, ਗੁਰੂ ਤੇ ਸਾਨੂੰ ਸ਼ਰਧਾ ਵੀ ਬਹੁਤ ਹੈ, ਗੁਰੂ ਨੂੰ ਅਸੀਂ ਅਣਮੁੱਲੀਆਂ ਭੇਟਾਂ ਵੀ ਅਰਪਣ ਕਰਦੇ ਹਾਂ। ਪਰ ਕਈ ਵਾਰ ਜਦੋਂ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦੇ, ਸਾਨੂੰ ਉਹ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਜਿਹੜਾ ਸਾਰਾ ਸੰਸਾਰ ਅੱਜ ਚਾਹੁੰਦਾ ਹੈ।
ਜਿਸ ਨੂੰ ਆਪਾਂ ਕਹਿੰਦੇ ਆ ਮਨ ਦੀ ਸ਼ਾਂਤੀ। ਜਦੋਂ ਭੋਗ ਦੇ ਸ਼ਲੋਕ ਆਪਾਂ ਸਰਵਣ ਕਰ ਰਹੇ ਸੀ, ਬੜਾ ਸੌਖਾ ਜਿਹਾ ਕਰਕੇ ਸਮਝਾਇਆ ਆਪਾਂ ਨੂੰ ਕਿ ਤੁਹਾਡਾ ਸੰਸਾਰ ਦੇ ਅੰਦਰ ਆ ਕੇ ਸਿਰਫ ਇੰਨਾ ਹੀ ਕੰਮ ਨਹੀਂ ਹੈ। ਕਈ ਵਾਰ ਅੱਜ ਸਾਡੇ ਮਨ 'ਚ ਵਿਚਾਰ ਬਣਦੀ, ਤੁਸੀਂ ਕਿਸੇ ਨੂੰ ਪਿਆਰ ਨਾਲ ਬੇਨਤੀ ਕਰੋ ਕਿ ਰੱਬ ਦੀ ਬੰਦਗੀ ਕਰਿਆ ਕਰੋ ਜੀ, ਬਾਣੀ ਪੜ੍ਹੋ, ਉਹ ਕਹਿੰਦੇ ਜੀ ਆਪਦੇ ਬੱਚੇ ਪਾਲੀਏ ਕਿ ਬਾਣੀ ਪੜ੍ਹਦੇ ਰਹੀਏ। ਅਸੀਂ ਆਪਦੇ ਬੱਚੇ ਪਾਲੀਏ ਕਿ ਆ ਭਗਤੀ ਮਾਰਗ ਤੇ ਚੱਲੀਏ। ਇੱਥੇ ਫਿਰ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਉਹਨਾਂ ਨੇ। ਤਦ ਕਰਕੇ ਮਹਾਰਾਜ ਸਮਝਾ ਰਹੇ ਹਨ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੇ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਮਝਣਾ ਆਪਾਂ ਗੱਲ ਨੂੰ। ਉਹਨਾਂ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਜੇ ਤੁਹਾਡੇ ਮਨ ਦੇ ਅੰਦਰ ਇੱਥੇ ਤੱਕ ਹੀ ਸੋਚ ਆ, ਤੁਹਾਡੀ ਆਪਦੇ ਬੱਚੇ ਪਾਲਣ ਤੱਕ ਹੀ, ਤਾਂ ਤੁਹਾਡੇ ਤੇ ਦੂਸਰੀਆਂ ਜੂਨਾਂ 'ਚ ਕੋਈ ਬਹੁਤਾ ਫਰਕ ਨਹੀਂ ਹੈ। ਬੱਚੇ ਆਪਣੇ ਪਸ਼ੂ ਵੀ ਪਾਲ ਲੈਂਦੇ ਆ ਤੇ ਪੰਛੀ ਵੀ ਪਾਲ ਲੈਂਦੇ ਆ। ਹਾਲਾਂਕਿ ਪਸ਼ੂਆਂ ਔਰ ਪੰਛੀਆਂ ਨੂੰ ਆਪਣੇ ਬੱਚਿਆਂ ਤੋਂ ਇਹ ਆਸ ਨਹੀਂ ਕਿ ਵੱਡੇ ਹੋ ਕੇ ਸਾਡੀ ਸੇਵਾ ਕਰਨਗੇ, ਕਿਉਂਕਿ ਪਸ਼ੂਆਂ ਦੇ ਵੀ ਪਤਾ ਨਹੀਂ ਕਿੱਥੇ ਚਲੇ ਜਾਣੇ ਆ ਤੇ ਪੰਛੀਆਂ ਦੇ ਵੀ ਪਤਾ ਨਹੀਂ ਕਿੱਥੇ ਚਲੇ ਜਾਣੇ ਆ। ਆਪਣੀ ਸਾਰਿਆਂ ਦੀ ਇੱਕ ਸੋਚ ਬਣੀ ਹੋਈ ਹੈ ਕਿ ਸਾਡੇ ਬੱਚੇ ਚੰਗੀ ਸਿੱਖਿਆ ਗ੍ਰਹਿਣ ਕਰਨ, ਚੰਗੇ ਸਕੂਲਾਂ 'ਚ ਪੜ੍ਹਨ, ਚੰਗੇ ਇਨਸਾਨ ਬਣਨ, ਜਦੋਂ ਸਾਡੇ ਤੇ ਵਡੇਪਾ ਆਵੇ ਇਹ ਸਾਡੀ ਸੇਵਾ ਕਰਨ। ਆਪਣੀ ਇਹ ਸੋਚ ਹੈ। ਦੂਸਰੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਾਂ ਨੂੰ ਯਾਦ ਕਰਵਾ ਰਹੇ ਆ, ਗੱਲ ਯਾਦ ਦੀ ਹੋਈ ਆ ਬਸ। ਆ ਜਿਹੜਾ ਆਪਾਂ ਵਾਰ-ਵਾਰ ਇੱਥੇ ਇਕੱਠੇ ਹੁੰਦੇ ਨਾ ਗੁਰੂ ਦੀ ਹਜ਼ੂਰੀ 'ਚ, ਇਹੀ ਕਾਰਨ ਆ ਕਿ ਸਾਨੂੰ ਭੁੱਲਿਆ ਹੋਇਆਂ ਨੂੰ ਸਾਡੇ ਜੀਵਨ ਦਾ ਮਾਰਗ ਦਰਸ਼ਨ ਪਤਾ ਲੱਗ ਜੇ ਅਸੀਂ ਆਏ ਕਾਹਦੇ ਵਾਸਤੇ। ਉਹ ਸਮਝਾ ਰਹੇ ਸੀ ਫਿਰ ਆਪਾਂ ਨੂੰ, ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਕਿ ਜੇ ਪ੍ਰਮਾਤਮਾ ਦੀ ਭਗਤੀ ਤੁਹਾਡੇ ਮਨ ਦੇ ਅੰਦਰ ਨਹੀਂ ਵਹਿੰਦੀ, ਗੱਲ ਇਹ ਤਨ ਭਾਵੇਂ ਤੁਹਾਡੇ ਮਨੁੱਖਾ ਮਿਲੇ ਹੋਏ ਆ ਸਾਨੂੰ, ਤੁਲਨਾ ਕਿਹਦੇ ਨਾਲ ਕਰਤੀ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸੂਕਰ ਕਹਿੰਦੇ ਨੇ ਸੂਰ ਨੂੰ ਤੇ ਸਵਾਨ ਨਾਮ ਹੈ ਕੁੱਤੇ ਦਾ। ਇਹ ਦੋਵਾਂ ਦੇ ਨਾਲ ਸਾਡੀ ਤੁਲਨਾ ਕਰ ਦਿੱਤੀ ਗਈ ਤੇ ਉਹਨਾਂ ਦਾ ਆਪਾਂ ਫਿਰ ਜੀਵਨ ਸੁਣਦੇ ਹਾਂ, ਪੜ੍ਹਦੇ ਹਾਂ ਕਿ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਤੇ ਸਾਨੂੰ ਇਹ ਸਮਝਾਇਆ ਕਿ ਜੇ ਤੁਸੀਂ ਗੁਰੂ ਤੋਂ ਬੇਮੁਖ ਨਹੀਂ ਹੁੰਦੇ, ਕਿੱਡੀ ਵੱਡੀ ਮਰਜ਼ੀ ਪ੍ਰੀਖਿਆ ਤੁਹਾਡੇ ਤੇ ਆ ਜੇ, ਤੁਸੀਂ ਉਹਦੇ ਤੋਂ ਸਫਲ ਹੋ ਜਾਓਗੇ। ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਨਾ ਵੀ ਉਹਨਾਂ ਨੂੰ ਆਰੇ ਨਾਲ ਚੀਰਿਆ ਗਿਆ, ਉਹਨਾਂ ਨੂੰ ਦੇਗ 'ਚ ਵਾਲਿਆ ਗਿਆ, ਉਹਨਾਂ ਨੂੰ ਰੂਈ 'ਚ ਲਪੇਟ ਕੇ ਅੱਗ ਲਾਤੀ, ਪਰ ਉਹਨਾਂ ਨੇ ਮੁਖ ਤੋਂ ਸੀ ਨਹੀਂ ਆਖੀ। ਅਸੀਂ ਉਹਨਾਂ ਦੇ ਦਿਹਾੜੇ ਮਨਾਉਨੇ ਆ, ਵੱਧ ਚੜ੍ਹ ਕੇ ਮਨਾਉਣੇ ਚਾਹੀਦੇ ਆ, ਪਰ ਇਹਨਾਂ ਤੋਂ ਸਿੱਖਿਆ ਸੀ ਕੀ ਲਈ, ਸੋਚਣਾ ਪਊਗਾ ਆਪਾਂ ਨੂੰ। ਆਪਾਂ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਆਪਾਂ ਵੀ ਆਪਦੇ ਆਪ ਨੂੰ ਗੁਰੂ ਕੇ ਸਿੱਖ ਕਹਾਉਨੇ ਆ। ਜੇ ਭਲਾ ਆਪਣੇ ਤੇ ਇਹ ਸਮਾਂ ਆ ਜੇ, ਆਪਣੇ 'ਚ ਹੈ ਇਹ ਪਾਵਰ ਵੀ ਅਸੀਂ ਇਹ ਸਫਲਤਾ 'ਚ ਪਾਸ ਹੋ ਜਾਈਏ ਪ੍ਰੀਖਿਆ 'ਚੋਂ? ਬਹੁਤ ਘੱਟ। ਕਾਰਨ ਕਿ ਅਸੀਂ ਗੁਰੂ ਦੇ ਬਚਨ ਹੀ ਨਹੀਂ ਮੰਨੇ ਅਜੇ ਤੱਕ। ਬੜਾ ਔਖਾ ਗੱਲਾਂ ਕਰਨੀਆਂ ਸੌਖੀਆਂ। ਇੱਕ ਤਾਂ ਵੱਖਰੀ ਗੱਲ ਆ, ਕਿਸੇ ਬੰਦੇ ਨੂੰ ਜ਼ਬਰਦਸਤੀ ਫੜ ਲਓ, ਉਹਨੂੰ ਕੁੱਟੋ ਮਾਰੋ, ਜੋ ਕਰੋ ਉਹਨੂੰ ਕਰਵਾਉਣਾ ਪੈਣਾ, ਕਿਉਂਕਿ ਮਜਬੂਰ ਆ ਉਹ। ਗੁਰੂ ਨਾਨਕ ਦੇ ਘਰ ਨੇ ਫਿਰ ਰਸਤਾ ਕੀ ਵੱਖ ਕੀਤਾ? ਇੱਥੇ ਦੋ ਪੱਖ ਦੱਸੇ ਜਾਂਦੇ ਆ ਕਿ ਦੇਖੋ ਭਾਈ, ਤੁਸੀਂ ਆਪਦੇ ਆਪ ਨੂੰ ਗੁਰੂ ਦੇ ਸਿੱਖ ਕਹਾਉਨੇ ਹੋ, ਤੁਹਾਡੇ ਮੂਹਰੇ ਹੁਣ ਦੋ ਰਸਤੇ ਆ। ਇੱਕ ਰਸਤਾ ਤਾਂ ਇਹ, ਤੁਸੀਂ ਆਪਣਾ ਧਰਮ ਛੱਡੋ, ਦੁਨੀਆ ਦਾ ਜੋ ਸੁੱਖ ਤੁਹਾਨੂੰ ਚਾਹੀਦਾ ਉਹ ਅਸੀਂ ਦੇਣ ਨੂੰ ਤਿਆਰ ਬੈਠੇ ਆ।
ਜੇ ਤੁਸੀਂ ਆਪਦੇ ਗੁਰੂ ਦੇ ਬਚਨ ਤੋਂ ਨਹੀਂ ਡੋਲਦੇ, ਧਰਮ ਨੂੰ ਨਹੀਂ ਤਬਦੀਲ ਕਰਦੇ, ਤਾਂ ਤੁਹਾਨੂੰ ਮੌਤ ਦੀ ਸਜ਼ਾ ਵੀ ਇਹੋ ਜੀ ਕਿ ਜਿਹਨੂੰ ਵੇਖ ਕੇ ਮੌਤ ਵੀ ਕੰਬ ਉੱਠੇ। ਉੱਥੇ ਫੈਸਲਾ ਲੈਣਾ ਬੜਾ ਔਖਾ। ਆਪਾਂ ਆਪ ਦੇ ਅੰਦਰ ਝਾਤੀ ਮਾਰ ਕੇ ਵੇਖੋ, ਸਾਡੇ ਮਨ ਦੀ ਅਵਸਥਾ ਕੀ ਆ। ਅਸੀਂ ਥੋੜੀ ਥੋੜੀ ਗੱਲ ਤੇ ਡੋਲ ਜਾਂਦੇ ਆ। ਕੀ ਪਾਵਰ ਸੀ ਉਹ ਜਿਹਦਾ ਕਰਕੇ ਏਡੀ ਵੱਡੀ ਸਜ਼ਾ ਕਬੂਲ ਕਰ ਲਈ, ਪਰ ਗੁਰੂ ਤੋਂ ਬੇਮੁਖ ਨਹੀਂ ਹੋਏ, ਧਰਮ ਤਬਦੀਲ ਨਹੀਂ ਕੀਤਾ ਆਪਣਾ। ਜਦੋਂ ਫਿਰ ਘੋਖ ਕੇ ਇਹਨਾਂ ਗੱਲਾਂ ਨੂੰ ਆਪਾਂ ਵੇਖਦੇ ਆ, ਇੱਕ ਗੱਲ ਫਿਰ ਸਾਹਮਣੇ ਆਉਂਦੀ ਆ, ਉਹ ਹੈ ਭਗਤੀ ਮੈਂ ਸ਼ਕਤੀ। ਭਾਈ ਸੇਵਾ ਸਿੰਘ ਜੀ ਤਰਮਾਲਾ, ਜਿਨ੍ਹਾਂ ਦੀ ਆਪਾਂ ਜਾਤ 'ਚ ਜੁੜੇ ਆ, ਕਿਉਂ ਬਾਰ-ਬਾਰ ਉਹਨਾਂ ਦਾ ਜ਼ਿਕਰ ਆ ਰਿਹਾ ਜਵਾਨ ਤੇ? ਕਿਉਂਕਿ ਉਹਨਾਂ ਨੇ ਸਾਨੂੰ ਜੀਵਨ ਦੀ ਜਾਂਚ ਸਿਖਾਈ, ਆਪਦੇ ਕੋਲੋਂ ਨਹੀਂ। ਜਿਹਨੂੰ ਅਸੀਂ ਭੁੱਲ ਚੁੱਕੇ ਸੀ, ਅੱਜ ਮਾਫ ਕਰਨਾ। ਕਈ ਵਾਰ ਬੜੇ ਮਤਭੇਦ ਹੋ ਜਾਂਦੇ ਆ, ਜਿਹੜੀਆਂ ਬਾਅਦ ਚ ਮਰਜ਼ਾਦਾ ਬਣੀਆਂ। ਆ ਨਹੀਂ ਹੋਣਾ, ਆ ਹੋਣਾ ਚਾਹੀਦਾ ਜੀ, ਆ ਨਹੀਂ ਹੋਣਾ, ਆ ਹੋਣਾ ਚਾਹੀਦਾ ਜੀ। ਪਰ ਜੇ ਅਸੀਂ ਸੱਚੇ ਰਸਤੇ ਚੱਲਣਾ ਚਾਹੁੰਦੇ ਆ, ਤਾਂ ਸਾਡੀ ਇੱਕ ਸਿੱਖ ਦੀ ਕਰਨੀ ਹਰ ਰੋਜ਼ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੱਸੀ ਹੋਈ ਆ। ਸ਼ਾਇਦ ਇਹ ਅਸੀਂ ਪੜ੍ਹੀ ਵੀ ਬਹੁਤ ਵਾਰ ਹੋਊ, ਸੁਣੀ ਵੀ ਬਹੁਤ ਵਾਰ ਹੋਊ, ਪਰ ਜਿੰਨਾ ਚਿਰ ਆਪਦੇ ਜੀਵਨ 'ਚ ਇਹਨੂੰ ਲਾਗੂ ਨਹੀਂ ਕੀਤਾ, ਸਾਨੂੰ ਸੁੱਖ ਨਹੀਂ ਮਿਲ ਰਿਹਾ। ਬੜੇ ਪਿਆਰ ਨਾਲ ਸਮਝਾ ਰਹੇ ਆਪਾਂ ਨੂੰ, ਗੁਰ ਸਤਿਗੁਰ ਕਾਜੋ ਸਿੱਖ ਅਖਾਏ। ਆਪਾਂ ਝਾਤੀ ਮਾਰਿਓ ਆਪਣੇ ਅੰਦਰ, ਆਪਾਂ ਵੀ ਗੁਰੂ ਕੇ ਸਿੱਖ ਤੇ ਸਤਿਗੁਰ ਦੇ ਸਿੱਖ ਕਹਾਉਣੇ ਆਪਦੇ ਆਪ ਨੂੰ। ਇੱਕ ਪਾਸੇ ਗੁਰੂ ਦੀ ਬਾਣੀ ਤੇ ਦੂਸਰੇ ਪਾਸੇ ਆਪਣਾ ਜੀਵਨ। ਝਾਤੀ ਮਾਰਨੀ ਆਪਾਂ ਸਾਰਿਆਂ ਨੇ। ਮੈਂ ਆਪ ਦੇ ਅੰਦਰ ਝਾਤੀ ਮਾਰੂੰ ਤੇ ਤੁਸੀਂ ਆਪ ਦੇ ਅੰਦਰ ਝਾਤੀ ਮਾਰਿਓ, ਫਿਰ ਵੇਖਿਓ ਵੀ ਫਰਕ ਕਿੱਥੇ ਜਾ ਕੇ ਪੈ ਗਿਆ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਹੁਣ ਝਾਕੂ ਆਪਾਂ ਆਪਣੇ ਅੰਦਰ ਵੀ ਅਸੀਂ ਉੱਠਣ ਤੋਂ ਬਾਅਦ ਪਰਮੇਸ਼ਰ ਦਾ ਨਾਮ ਧਿਆਉਨੇ ਆ। ਜੇ ਧਿਆਉਨੇ ਆ ਤਾਂ ਗੁਰੂ ਦੀ ਸਿੱਖਿਆ ਤੇ ਚੱਲ ਰਹੇ ਆ, ਜੇ ਨਹੀਂ ਧਿਆਉਂਦੇ ਤਾਂ ਫਿਰ ਗ੍ਰਹਿਣ ਕਰਨ ਦੀ ਲੋੜ ਆ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਬੜੀ ਡੂੰਘੀ ਗੱਲ ਕਰਤੀ ਇੱਥੇ। ਪ੍ਰਤੱਖ ਅੰਮ੍ਰਿਤਸਰ ਦੀ ਧਰਤੀ ਤੇ ਦਰਬਾਰ ਸਾਹਿਬ ਆਪਾਂ ਜਾਂਦੇ ਆ, ਕੀ ਸੋਚ ਕੇ ਵੇਖੋ, ਇੱਥੇ ਬੈਠੇ ਆਪਾਂ ਸਾਰੇ, ਤੁਸੀਂ ਵਿਦੇਸ਼ਾਂ 'ਚ ਬੈਠੇ ਹੋ, ਹਰ ਰੋਜ਼ ਅੰਮ੍ਰਿਤਸਰ ਇਸ਼ਨਾਨ ਕਰਨ ਜਾ ਸਕਦੇ ਹੋ? ਪੰਜਾਬ 'ਚ ਬੈਠੇ ਆ ਅਸੀਂ ਵੀ ਨਹੀਂ ਹਰ ਰੋਜ਼ ਜਾ ਸਕਦੇ। ਅੰਮ੍ਰਿਤਸਰ ਸ਼ਹਿਰ 'ਚ ਲੋਕ ਬੈਠੇ ਆ, ਉਹ ਵੀ ਸਾਰੇ ਹਰ ਰੋਜ਼ ਨਹੀਂ ਜਾਂਦੇ ਅੰਮ੍ਰਿਤਸਰ ਇਸ਼ਨਾਨ ਕਰਨ। ਫਿਰ ਕਿਹੜੇ ਅੰਮ੍ਰਿਤਸਰ ਦੀ ਗੱਲ ਕੀਤੀ? ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਹ ਫਿਰ ਭਾਈ ਸੇਵਾ ਸਿੰਘ ਤਰਮਾਲਾ ਨੂੰ ਅਸੀਂ ਬੇਨਤੀ ਕੀਤੀ ਕਿ ਦੱਸੋ ਜੀ ਕਿਵੇਂ ਨਹਾਉਣਾ ਉਸ ਅੰਮ੍ਰਿਤਸਰ 'ਚ। ਉਹਨਾਂ ਨੇ ਫਿਰ ਗੁਰਬਾਣੀ ਗੁਰੂ ਦੁਆਰਾ ਸਮਝਾਇਆ ਕਿ ਆਪਣੇ ਇਹ ਸਰੀਰ ਦੇ ਅੰਦਰ ਅੰਮ੍ਰਿਤਸਰ ਆ, ਇੱਕ ਤੀਰਥ ਆ, ਜਿਸ ਨੂੰ ਗੁਰਬਾਣੀ ਦੇ ਅੰਦਰ ਆਤਮ ਤੀਰਥ ਦਾ ਨਾਮ ਦਿੱਤਾ ਗਿਆ, ਜਿੱਥੇ ਸਾਡੇ ਮਨ ਦਾ ਇਸ਼ਨਾਨ ਹੋਣਾ, ਜਿੱਥੇ ਸਾਡੇ ਮਨ ਨੇ ਉਹ ਹੰਸ ਬਣਨਾ ਜਿਹੜਾ ਜਨਮ ਸਮੇਂ ਸਰੀਰ ਦੇ ਅੰਦਰ ਪ੍ਰਵੇਸ਼ ਹੋਇਆ, ਅੱਜ ਕਾਗ ਬਣ ਚੁੱਕਿਆ। ਹੰਸ ਤੋਂ ਬਗਲਾ, ਬਗਲੇ ਤੋਂ ਕਾਗ। ਮਾਫ ਕਰਨਾ, ਕਈ ਵਾਰ ਸਾਡੇ ਮਨਾਂ ਦੇ ਉੱਪਰ ਪੰਜ ਇੰਨੇ ਭਾਰੂ ਹੋ ਜਾਂਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਸਾਨੂੰ ਦੁਰਮਤ ਦੇ ਅਧੀਨ ਕਰ ਦਿੰਦੇ ਆ। ਤੇ ਸਾਡੇ ਮਨ ਦੀ ਉਦੋਂ ਅਵਸਥਾ ਕੀ ਹੁੰਦੀ ਆ, ਰੱਬ ਖੈਰ ਕਰੇ ਆਪਣੀ ਨਾ ਕਿਸੇ ਦੀ ਬਣੇ। ਉਦੋਂ ਇਨਸਾਨ ਨੂੰ ਰੱਬ ਦੀ ਗੱਲ ਸੁਣ ਕੇ ਹਰਖ ਆਉਣਾ ਸ਼ੁਰੂ ਆ ਜਾਂਦਾ। ਉਦੋਂ ਇਨਸਾਨ ਨੂੰ ਪ੍ਰਮਾਤਮਾ ਦਾ ਨਾਮ ਸੁਣ ਕੇ ਕ੍ਰੋਧ ਆਉਣਾ ਸ਼ੁਰੂ ਹੁੰਦਾ। ਜੇ ਕਿਤੇ ਆਪਣੇ ਮਨ ਨੂੰ ਆਵੇ, ਖਿਆਲ ਰੱਖੇ, ਉਦੋਂ ਸਾਡੇ ਵੱਸ ਦੀ ਗੱਲ ਨਹੀਂ ਰਹਿਣੀ, ਕਿਉਂਕਿ ਸਾਡੇ ਪੰਜਾਂ ਦੇ ਸਾਡੇ ਉੱਪਰ ਪੰਜ ਭਾਰੂ ਹੋਏ ਹੁੰਦੇ ਆ। ਉਦੋਂ ਸਾਡੇ ਮਨ ਨੂੰ ਕਾਗ ਦੀ ਨਾਮ ਦਿੱਤਾ ਗਿਆ। ਸਮਝਾਇਆ ਬਾਣੀ 'ਚ, ਦੁਰਮਤ ਭਾਗਹੀਣ ਮਤ ਫੀਕੇ,
ਨਾਮ ਸੁਨਤ ਆਵੇ ਮਨ ਰੋਹੈ। ਕਿਹਦੇ ਨਾਲ ਤੁਲਨਾ ਕਰਤੀ? ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੇ ਬਿਸ਼ਟਾ ਖਾਏ ਮੁਖ ਗੋਹੈ। ਹੁਣ ਕਾਂ ਦੇ ਅੱਗੇ ਤੁਸੀਂ ਅੰਮ੍ਰਿਤ ਪਾ ਕੇ ਰੱਖ ਦਿਓ ਭਾਂਡੇ 'ਚ, ਉਹ ਨਹੀਂ ਰਜਦਾ। ਕਿਉਂ? ਉਹਦੀ ਖੁਰਾਕ ਕੀ ਆ? ਗੰਦਗੀ 'ਚ ਚੁੰਝਾਂ ਮਾਰਨੀਆਂ। ਉਦੋਂ ਸਾਡੇ ਮਨ ਦੀ ਹਾਲਤ ਇਹ ਹੋ ਜਾਂਦੀ ਆ, ਜਿੰਨਾ ਚਿਰ ਹੁਣ ਸਾਡਾ ਮਨ, ਆਪਾਂ ਹਰ ਰੋਜ਼ ਪੜ੍ਹਦੇ ਆ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਆਪਾਂ ਨੂੰ ਫਿਰ ਸਮਝਾਇਆ ਉਹਨਾਂ ਨੇ ਸਾਰਿਆਂ ਨੂੰ, ਜਿਨ੍ਹਾਂ ਨੇ ਸੰਗਤ ਕੀਤੀ, ਕਿਉਂਕਿ ਗੁਰਬਾਣੀ ਤਾਂ ਸਮਝਾ ਰਹੀ ਸੀ, ਪ੍ਰੈਕਟੀਕਲ ਦੁਆਰਾ ਭੇਦ ਨਹੀਂ ਸੀ। ਜਿੰਨਾ ਚਿਰ ਇਨਸਾਨ ਪ੍ਰੈਕਟੀਕਲ ਨਹੀਂ ਕਰਦਾ, ਉਹਦੀ ਹਾਲਤ ਕੀ ਹੋ ਜਾਂਦੀ ਆ? ਉਹ ਧਰਮ ਦੇ ਰਸਤੇ ਵੀ ਚੱਲਦਾ, ਉਹ ਧਰਮ ਦੀਆਂ ਗੱਲਾਂ ਵੀ ਕਰਦਾ, ਉਹ ਆਪਦੇ ਆਪ ਨੂੰ ਧਰਮੀ ਵੀ ਕਹਾਉਂਦਾ, ਪਰ ਇਹਨਾਂ ਕਾਰਨਾਂ ਕਰਕੇ ਉਹ 'ਚ ਹਉਮੈ ਆ ਜਾਂਦੀ ਹੈ। ਤੇ ਇਸੇ ਚੀਜ਼ ਦਾ ਪ੍ਰਮਾਤਮਾ ਦੇ ਨਾਮ ਨਾਲ ਵਿਰੋਧ ਆ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਫਿਰ ਬੇਨਤੀ ਕਰਕੇ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਗੁਰਮੁਖੋ, ਗੁਰਬਾਣੀ 'ਚ ਬੜਾ ਭੇਦ ਦਿੱਤਾ ਹੋਇਆ, ਇਸ ਖਜ਼ਾਨੇ ਨੂੰ ਥੋੜਾ ਜਿਹਾ ਧਿਆਨ ਨਾਲ ਪੜ੍ਹੋ ਤੇ ਵਿਚਾਰੋ। ਫਿਰ ਆਪਾਂ ਨੂੰ ਉਹਨਾਂ ਨੇ ਸਮਝਾਇਆ ਕਿ ਤੁਹਾਡੇ ਮਨ ਦਾ ਇਸ਼ਨਾਨ ਜਿੱਥੇ ਹੋਣਾ, ਉਸ ਅੰਮ੍ਰਿਤਸਰ ਦੀ ਗੱਲ ਕੀਤੀ ਹੋਈ ਹੈ। ਅਸੀਂ ਬੇਨਤੀ ਕੀਤੀ ਜੀ ਫਿਰ ਉੱਥੇ ਇਸ਼ਨਾਨ ਕਿਵੇਂ ਹੋਵੇ? ਉਹਨਾਂ ਨੇ ਫਿਰ ਬੜੇ ਪਿਆਰ ਨਾਲ ਗੁਰਬਾਣੀ ਦੇ ਸ਼ਬਦ ਦੁਆਰਾ ਸਮਝਾਇਆ। ਕਹਿੰਦੇ ਸਤਿਗੁਰ ਸੇਵਿਆ ਸਦਾ ਸੁਖ, ਜਨਮ ਮਰਨ ਦੁਖ ਜਾਏ, ਚਿੰਤਾ ਮੂਲ ਨਾ ਹੋਵੇ, ਅਚਿੰਤ ਵਸੈ ਮਨ ਆਏ, ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ, ਸੱਜਣ ਮਿਲੇ ਸੱਜਣਾ, ਸੱਚੇ ਸ਼ਬਦ ਸੁਭਾਏ, ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ। ਸ਼ਬਦ ਬੜੇ ਪਿਆਰ ਨਾਲ ਪੜ੍ਹ ਰਹੇ ਸੀ ਗੁਰਮੁਖ। ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਜਿਹੜੇ ਸਾਰੇ ਸ਼ਬਦ 'ਚ ਇਹੀ ਆਪਾਂ ਨੂੰ ਸਮਝਾਇਆ ਜਾ ਰਿਹਾ ਸੀ। ਇਹ ਸਮਝਾ ਰਹੇ ਸੀ ਕਿ ਅਸੀਂ ਆਪਦੇ ਆਪ ਨੂੰ ਕੁਝ ਹੋਰ ਸਮਝੀ ਬੈਠੇ ਆ। ਅਸੀਂ ਹਾਂ ਕੁਝ ਹੋਰ, ਅਸੀਂ ਆਪਣੇ ਆਪ ਨੂੰ ਇੱਕ ਸਰੀਰ ਸਮਝੀ ਬੈਠੇ ਆ ਸਾਰੇ, ਹਾਲਾਂਕਿ ਆਪਾਂ ਸਰੀਰ ਨਹੀਂ ਹੈ। ਆਪਾਂ ਉਹ ਹਾਂ ਜਿਹੜਾ ਇਹ ਸਰੀਰ ਨੂੰ ਲੈ ਕੇ ਚੱਲ ਰਿਹਾ, ਜਿਹਦੇ ਨਿਕਲ ਜਾਣ ਤੋਂ ਬਾਅਦ ਸਾਡਾ ਇਹ ਸਰੀਰ ਬੋਲਦਾ ਨਹੀਂ, ਸੁਣਦਾ ਨਹੀਂ, ਚੱਲਦਾ ਨਹੀਂ, ਫਿਰਦਾ ਨਹੀਂ, ਕੋਈ ਕਰਮ ਨਹੀਂ ਕਰਦਾ। ਅਸੀਂ ਉਹ ਹਾਂ ਜਿਹੜੀ ਵਸਤੂ ਸਰੀਰ ਚੋਂ ਨਿਕਲ ਜਾਣ ਤੋਂ ਬਾਅਦ ਸਾਡੇ ਇਸੇ ਸਰੀਰ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ। ਸਾਨੂੰ ਸਮਝਾਇਆ ਕਿ ਅਸੀਂ ਉਹ ਹਾਂ ਜਿਹੜੀ ਵਸਤੂ ਨਿਕਲ ਜਾਣ ਤੋਂ ਬਾਅਦ ਸਾਡੇ ਇਸੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ। ਅਸੀਂ ਆਪਦੇ ਆਪ ਨੂੰ ਸਰੀਰ ਸਮਝਿਆ ਤੇ ਹਾਲਾਂਕਿ ਅਸੀਂ ਸਰੀਰ ਨਹੀਂ। ਇਹੀ ਭੁਲੇਖਾ ਔਰੰਗਜ਼ੇਬ ਨੂੰ ਪਿਆ। ਉਹਨੇ ਸੋਚਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਮੈਂ ਸਰੀਰਕ ਤੌਰ ਤੇ ਖਤਮ ਕਰ ਦਿਆਂ, ਸ਼ਾਇਦ ਮੇਰੀ ਜਿੱਤ ਹੋ ਜਾਊਗੀ। ਭੁਲੇਖੇ ਸੀ। ਮਤੀ ਦਾਸ, ਸਤੀ ਦਾਸ, ਦਿਆਲ ਦਾਸ ਨੂੰ ਸਮਝਿਆ ਕਿ ਮੈਂ ਇਹਨਾਂ ਨੂੰ ਦੁੱਖ ਦੇਵਾਂ, ਸ਼ਾਇਦ ਇਹ ਮੇਰੀ ਗੱਲ ਮੰਨ ਜਾਣ, ਗੁਰੂ ਵੀ ਡੋਲ ਜੇ। ਪਰ ਕਾਹਤੋਂ ਨਹੀਂ ਡੋਲੇ? ਉਹਨਾਂ ਨੇ ਗੁਰਮਤ ਨੂੰ ਧਾਰਨ ਕੀਤਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਦੋਖ ਪਾਪ ਲਹਿ ਜਾਵੈ, ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਇਹ ਸਾਡੀ ਨਿਤ ਦੀ ਕਰਨੀ ਦੱਸੀ ਗਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਜਿਹਨੂੰ ਆਪਾਂ ਘੋਖਣਾ ਹੁੰਦਾ ਆਪਦੇ ਜੀਵਨ ਦੇ ਨਾਲ ਵੀ ਸਾਡਾ ਜੀਵਨ ਇਹੋ ਜਿਹਾ। ਜੇ ਇਹੋ ਜਿਹਾ ਹੈ ਤਾਂ ਅਸੀਂ ਗੁਰੂ ਕੇ ਸਿੱਖ ਹਾਂ। ਫਿਰ ਜਿਨ੍ਹਾਂ ਨੇ ਇਹ ਜੀਵਨ ਅਪਣਾਇਆ ਉਹਨਾਂ ਨੂੰ ਇੱਕ ਜਗ੍ਹਾ ਮਿਲੀ ਆਪਣੇ ਸਰੀਰ ਦੇ ਅੰਦਰ। ਮਤੀ ਦਾਸ ਹੋਰਾਂ ਨੂੰ, ਸਤੀ ਦਾਸ ਹੋਰਾਂ ਨੂੰ ਜਗ੍ਹਾ ਦੱਸੀ ਗਈ ਗੁਰੂ ਵੱਲੋਂ ਕਿ ਤੁਹਾਡੇ ਸਰੀਰ ਦੇ ਅੰਦਰ ਇੱਕ ਇਹੋ ਜਿਹੀ ਜਗ੍ਹਾ ਜਿਹਨੂੰ ਥਿਰ ਘਰ ਦਾ ਨਾਮ ਦਿੱਤਾ ਜਾਂਦਾ,
ਨਿਜ ਮਹਿਲ ਦਾ ਨਾਮ ਦਿੱਤਾ ਜਾਂਦਾ, ਕਾਫੀ ਨਾਮ ਦਿੱਤੇ ਗਏ ਗੁਰਬਾਣੀ 'ਚ। ਜੇ ਤੁਸੀਂ ਆਪਣੀ ਸੁਰਤੀ ਨੂੰ ਉੱਥੇ ਲਿਜਾਣਾ ਸਿੱਖ ਲਓ, ਤੁਹਾਡਾ ਤੇ ਪ੍ਰਮਾਤਮਾ ਦਾ ਮੇਲ ਹੋ ਜਾਊਗਾ। ਤੁਹਾਨੂੰ ਇੱਕ ਵਸਤੂ ਮਿਲੂਗੀ ਜਿਹਨੂੰ ਅੰਮ੍ਰਿਤ ਦਾ ਨਾਮ ਦਿੱਤਾ ਗਿਆ, ਜਿਹਨੂੰ ਪੀ ਕੇ ਤੁਸੀਂ ਅਮਰ ਹੋ ਜਾਓਗੇ। ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ। ਉਸ ਸਮੇਂ ਤੁਹਾਡਾ ਸਰੀਰ ਨਾਲ ਕੋਈ ਸੰਬੰਧ ਨਹੀਂ ਰਹੂਗਾ, ਤੇ ਜੇ ਤੁਹਾਨੂੰ ਕੋਈ ਸਜ਼ਾ ਵੀ ਦੇਵੇ ਤੁਹਾਨੂੰ ਪੀੜ ਮਹਿਸੂਸ ਨਹੀਂ ਹੋਊਗੀ। ਕਿੱਥੋਂ ਦੱਸੀ ਗੱਲ ਆਪਾਂ ਨੂੰ? ਗੁਰਬਾਣੀ ਚੋਂ। ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਉਸ ਸਥਾਨ ਤੇ ਜਾਣਾ ਸਿੱਖਿਆ ਹੋਇਆ ਸੀ ਉਹਨਾਂ ਦਾ, ਤਾਂ ਕਰਕੇ ਚਾਹੇ ਉਹਨਾਂ ਨੂੰ ਆਰੇ ਨਾਲ ਚੀਰਿਆ ਗਿਆ, ਚਾਹੇ ਉਹਨਾਂ ਨੂੰ ਦੇਗੇ ਚ ਵਾਲਿਆ ਗਿਆ, ਚਾਹੇ ਉਹਨਾਂ ਨੂੰ ਰੂਈ ਚ ਲਪੇਟ ਕੇ ਸੁੱਟਤਾ, ਸਰੀਰ ਨਾਲੋਂ ਵੱਖ ਹੋਣਾ ਸਿੱਖ ਗਏ। ਉਸ ਪ੍ਰਭੂ ਚ ਲੀਨ ਹੋਣਾ ਸਿੱਖ ਗਏ, ਜਿੱਥੇ ਬਾਰੇ ਆਪਾਂ ਨੂੰ ਗੁਰਬਾਣੀ ਇਸ਼ਾਰਾ ਕਰ ਰਹੀ ਹੈ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਇਹ ਸੰਭਵ ਕਿਉਂ ਹੋਈਆਂ ਗੱਲਾਂ? ਘੋਖਿਆ ਗੁਰਮੁਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤੇ ਪੜ੍ਹ ਕੇ ਫਿਰ ਸਾਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਕੱਲਾ ਪੜ੍ਹਨ ਨਾਲ ਨਹੀਂ ਗੱਲ ਬਣਨੀ, ਪੜ੍ਹਿਆ ਨਾਹੀ ਭੇਦ ਬੁੱਝਿਆ ਭਾਵਨਾ। ਉਹਨਾਂ ਨੇ ਫਿਰ ਇਹ ਗੁਰੂ ਘਰ ਦੀ ਰੀਤੀ ਨੂੰ ਲਾਗੂ ਕੀਤਾ। ਗੁਰਮੁਖ ਸਮਝਾ ਰਹੇ ਸੀ ਆਪਾਂ ਨੂੰ ਪ੍ਰੈਕਟੀਕਲ ਜੀਵਨ। 2007 ਤੋਂ ਸ਼ੁਰੂ ਕੀਤਾ ਉੱਥੇ ਇੱਕ, ਪਹਿਲਾਂ ਤੁਹਾਡੀ ਸੰਗਤਾਂ ਦੀ ਸਹਾਇਤਾ ਦੇ ਨਾਲ ਸਥਾਨ ਤਿਆਰ ਕੀਤਾ, ਜਿਹਦਾ ਨਾਮ ਰੱਖਿਆ ਗਿਆ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, ਕਿ ਜਿਹਨੂੰ ਪਰਮੇਸ਼ਰ ਨੂੰ ਮਿਲਣ ਦਾ ਚਾਅ ਭਾਈ ਆ ਜਾਓ। ਬ੍ਰਹਮ ਗਿਆਨ ਕੇਂਦਰ। ਸ਼ਰਤਾਂ ਰੱਖੀਆਂ ਗਈਆਂ ਵੀ ਜਿਹਨੇ ਅੰਮ੍ਰਿਤ ਛਕਣਾ ਉਹਨੂੰ ਪਹਿਲਾਂ 5 ਪਿਆਰਿਆਂ ਕੋਲੇ ਪ੍ਰੀਖਿਆ ਦੇਣੀ ਪਊਗੀ। ਜੇ ਉਹ ਪ੍ਰੀਖਿਆ ਪਾਸ ਕਰਦੇ ਆ, ਅੰਮ੍ਰਿਤ ਪਾਨ ਕਰਨ ਤੋਂ ਬਾਅਦ 1 ਸਾਲ ਤੁਹਾਨੂੰ ਇੱਥੇ ਰਹਿਣਾ ਪਊਗਾ, ਆਪਦੇ ਕਾਰੋਬਾਰ ਛੱਡ ਕੇ। ਉਹ ਲੋਕ ਉੱਥੇ ਵੀ ਰਹੇ, ਆ ਵਿਦੇਸ਼ਾਂ ਚੋਂ ਜਾ ਕੇ ਵੀ ਰਹਿੰਦੇ ਆ। ਭਾਈ ਸੁਖਦਿਆਲ ਸਿੰਘ 1 ਸਾਲ ਲਾ ਕੇ ਇੱਥੋਂ ਜਾ ਕੇ ਜਰਮਨ ਤੋਂ, ਭਾਈ ਆਪਣੇ ਸੁਖਜਿੰਦਰ ਸਿੰਘ ਬੈਠੇ ਆ। ਕਾਰਨ ਕੀ? ਮਨ ਦੇ ਅੰਦਰ ਪਿਆਰ ਪੈਦਾ ਹੋ ਗਿਆ, ਤੜਫ ਪੈਦਾ ਹੋ ਗਈ। ਪਹਿਲਾਂ ਤਾਂ ਇਕੱਲੇ ਪੜ੍ਹਦੇ ਹੀ ਸੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੁਰਬਾਣੀ ਦੀਆਂ ਉਹ ਪੰਕਤੀਆਂ ਮਨ ਨੇ ਜਾ ਕੇ ਪੜ੍ਹੀਆਂ ਫਿਰ, ਕਿਉਂਕਿ ਸੁੱਤਾ ਪਿਆ ਕਈ ਵਾਰੀ ਬਾਣੀ ਪੜ੍ਹਦਾ ਮਨ। ਐਸੇ ਨਾ ਸਮਝ ਲਿਓ ਵੀ ਖੰਨੀ ਆ ਜਿਹੜੀ ਦੁਨੀਆ ਦੀ ਨੀਂਦ ਆ, ਇਹ 'ਚ ਸੌਂ ਕੇ ਅਸੀਂ ਬਾਣੀ ਪੜ੍ਹਦੇ ਆ, ਫਿਰ ਤਾਂ ਪੜ੍ਹ ਹੀ ਨਹੀਂ ਹੋਣੀ। ਕਿੱਥੇ ਸੁੱਤੇ ਪਏ ਸੀ? ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਹੁਣੇ ਆਪਾਂ ਸਰਵਣ ਕਰ ਰਹੇ ਸੀ, ਮਹਾਰਾਜ ਕਹਿੰਦੇ ਸੁੱਤੜੇ ਅਸੰਖ, ਮਾਇਆ ਝੂਠੀ ਕਾਰਣੇ। ਫਿਰ ਜਾਗਣ ਦਾ ਤਰੀਕਾ ਕੀ ਦੱਸਿਆ? ਨਾਨਕ ਸੇ ਜਾਗਨ, ਜੇ ਰਸਨਾ ਨਾਮ ਉਚਾਰਣੇ। ਇਹ ਸਾਡੇ ਸੁੱਤੇ ਹੋਏ ਮਨ ਨੂੰ ਆਪਾਂ ਹਰ ਰੋਜ਼ ਬਾਣੀ ਪੜ੍ਹਦੇ ਹਾਂ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਕਈ ਵਾਰ ਸਾਡੀ ਉਮਰ ਲੰਘ ਜਾਂਦੀ ਆ, ਜੇ ਸੰਗਤ 'ਚ ਭੇਦ ਨਹੀਂ ਲੈਂਦੇ, ਸਾਨੂੰ 3 ਗੁਣਾਂ ਦਾ ਭੇਦ ਹੀ ਨਹੀਂ ਆਉਂਦਾ ਵੀ 3 ਗੁਣ ਹੈ ਕੀ। ਪੜ੍ਹਦੇ ਆ ਹਰ ਰੋਜ਼। ਉਹ ਫਿਰ ਗੁਰਮੁਖਾਂ ਨੇ ਸਮਝਾਇਆ ਬੜਾ ਸੌਖਾ ਕਰਕੇ ਕਿ 3 ਗੁਣ ਨੇ, ਰਜੋ ਗੁਣ, ਸਤੋ ਗੁਣ ਔਰ ਤਮੋ ਗੁਣ। ਰਜੋ ਗੁਣ ਦੇ ਅੰਦਰ ਆ ਜਾਂਦਾ ਹੈ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ ਦਾ ਜਾਲ। ਚੰਗੇ ਤੋਂ ਚੰਗਾ ਖਾਣਾ, ਚੰਗੇ ਤੋਂ ਚੰਗਾ ਪਹਿਨਣਾ, ਚੰਗੇ ਤੋਂ ਚੰਗਾ ਲੋੜਨਾ। ਜਿੱਥੇ ਹਰ ਸਮੇਂ ਸਾਡੇ ਇਹੋ ਜਿਹੇ ਵਿਚਾਰ ਬਣਦੇ ਆ, ਉਸ ਨੂੰ ਕਹਿੰਦੇ ਹਨ ਰਜੋ ਗੁਣ। ਇੱਥੇ ਆ ਕੇ ਜੀਵ ਵਾਪਸ ਨਹੀਂ ਮੁੜਦਾ, ਅੱਗੇ ਚੱਲਦਾ ਤਮੋ ਗੁਣ ਤੇ। ਇਹ ਆਪਾਂ ਹੁਣ ਪ੍ਰੀਖਿਆ ਆਪਦੇ ਮਨ ਦੀ ਕਰੀ ਜਾਣੀ ਆ। ਜਦੋਂ ਸਾਡੇ ਮਨ ਦੇ ਅੰਦਰ ਵਿਚਾਰ ਚੱਲਦੇ ਹਨ ਕਾਮ, ਕ੍ਰੋਧ, ਲੋਭ, ਮੋਹ, ਝੂਠ, ਚੁਗਲੀ, ਨਿੰਦਿਆ, ਈਰਖਾ, ਦੁਬਦਾ, ਉਦੋਂ ਸਾਡੀ ਸਵਾਸਾਂ ਦੀ ਪੂੰਜੀ ਤਮੋ ਹੱਟ ਤੇ ਖਰਚ ਹੋ ਰਹੀ ਹੁੰਦੀ ਹੈ। ਜ਼ਿਆਦਾਤਰ ਅੱਜ ਆਪਾਂ ਜੀਵ 2 ਹੱਟਾਂ ਤੇ ਵਧੇਰਾ ਰਹਿੰਦੇ ਆ।
ਜਾਂ ਤਾਂ ਸਾਡੇ ਮਨ 'ਚ ਵਿਚਾਰ ਚੱਲਦੀ ਹੈ ਵੀ ਬਹੁਤ ਸਾਰੀ ਕਿਰਤ ਕੀਤੀ ਜਾਵੇ, ਸਾਡੇ ਕੋਲੇ ਬਹੁਤ ਸਾਰਾ ਦੁਨੀਆ ਦਾ ਧਨ ਹੋਵੇ। ਕਈ ਵਾਰ ਇੰਨੀ ਸਾਡੀ ਮੱਤ ਖਰਾਬ ਕਰ ਦਿੰਦੇ ਆ ਪੰਜ, ਇਸ ਧਨ ਦੀ ਪ੍ਰਾਪਤੀ ਕਰਨ ਲਈ ਅਸੀਂ ਬਹੁਤ ਐਸੇ ਵੀ ਕਰਮ ਕਰ ਲੈਂਦੇ ਹਾਂ ਜਿਨ੍ਹਾਂ ਤੋਂ ਸਾਨੂੰ ਮਨਾਹੀ ਕੀਤੀ ਗਈ ਹੈ। ਇਸ ਧਨ ਦੀ ਪ੍ਰਾਪਤੀ ਵਾਸਤੇ ਕਈ ਵਾਰੀ ਇਨਸਾਨ ਲੋਭੀ ਹੋ ਜਾਂਦਾ, ਤੇ ਲੋਭੀ ਹੋਏ ਇਨਸਾਨ ਦੀ ਦਸ਼ਾ ਹਲਕੇ ਕੁੱਤੇ ਵਰਗੀ ਦੱਸੀ ਆ ਗੁਰਬਾਣੀ 'ਚ। ਬੜੇ ਪਿਆਰ ਨਾਲ ਲੋਕ ਕੁੱਕਰਾਂ ਨੂੰ ਆਪਦੇ ਘਰੇ ਪਾਲਦੇ ਆ, ਪਰ ਜੇ ਉਹ ਹਲਕ ਜਾਣ ਫਿਰ ਆਪਣੇ ਹੱਥੀਂ ਮਾਲਕ ਨੂੰ ਮਰਵਾਉਣਾ ਪੈਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਕਿਸੇ ਇਨਸਾਨ ਦੇ ਅੰਦਰ ਲੋਭ ਦੀ ਲਹਿਰ ਉੱਠਦੀ ਆ, ਜਿਵੇਂ ਹਲਕੇ ਕੁੱਤੇ ਦੇ ਅੰਦਰ ਲਹਿਰ ਉੱਠਦੀ ਆ, ਐਸੀ ਉਹਦੀ ਦਸ਼ਾ ਹੋ ਜਾਂਦੀ ਹੈ। ਤੁਲਨਾ ਕਰਤੀ ਫਿਰ ਜਿਉਂ ਕੂਕਰ ਹਰਕਾਇਆ, ਧਾਵੇ ਦੇਦ ਸਜਾਏ, ਲੋਭੀ ਜੰਤ ਨ ਜਾਣੀ, ਭਖ ਅਭਖ ਸਭ ਖਾਏ। ਲੋਭ ਦੇ ਵਸ ਹੋਇਆ ਇਨਸਾਨ, ਅੱਜ ਆਪਾਂ ਵੇਖ ਰਹੇ ਹਾਂ ਆਪਣੇ ਮਨਾਂ ਦੀ ਹਾਲਤ ਜਾਂ ਸੰਸਾਰ ਦੀ ਹਾਲਤ, ਨਾ ਠੱਗੀ ਮਾਰ ਲੱਗੇ ਆਪਣੀ ਭੈਣ ਨੂੰ, ਨਾ ਭਰਾ ਨੂੰ, ਨਾ ਕਿਸੇ ਸੰਗੀ ਸਾਥੀ ਨੂੰ, ਨਾ ਦੋਸਤ ਨੂੰ, ਨਾ ਮਿੱਤਰ ਨੂੰ ਨਹੀਂ ਵੇਖੇਗਾ, ਕਿਉਂਕਿ ਹਲਕ ਦੀ ਲਹਿਰ ਉੱਠੀ ਹੋਈ ਅੰਦਰ। ਜਿਵੇਂ ਹਲਕਿਆ ਕੁੱਤਾ ਵੱਢਣ ਲੱਗਿਆ, ਵੇਖਦਾ ਨਹੀਂ ਕਿ ਮਾਲਕ ਨੂੰ ਵੱਢਦਾ ਕਿ ਬਗਾਨੇ ਨੂੰ ਵੱਢਦਾ। ਜਿਹਨੂੰ ਉਹ ਵੱਢ ਦਿੰਦਾ ਉਹਨੂੰ ਵੀ ਹਲਕ ਦੀ ਲਹਿਰ ਉੱਠ ਖੜਦੀ ਆ। ਇਸੇ ਤਰ੍ਹਾਂ ਜਿਹੜਾ ਲੋਭੀ ਬੰਦੇ ਦਾ ਸੰਗ ਕਰਦਾ ਉਹਨੂੰ ਵੀ ਇਹ ਜ਼ਹਿਰ ਚੜ੍ਹਨਾ ਸ਼ੁਰੂ ਹੋ ਜਾਂਦਾ। ਪ੍ਰੈਕਟੀਕਲ ਤੁਸੀਂ ਕਰ ਸਕਦੇ ਹੋ। ਕਿਸੇ ਲੋਭੀ ਬੰਦੇ ਕੋਲੇ 2-4 ਦਿਨ ਬੈਠੇ ਹੋ, ਉਹ ਗੱਲਾਂ ਕੀ ਕਰੂਗਾ, ਆ ਵੇਖੋ ਜੀ ਪਿਛਲੇ ਸਾਲ ਇੰਨਾ ਧਨ ਲਾਇਆ ਸੀ, ਇੱਕ ਹੀ ਦੁੱਗਣਾ ਹੋ ਗਿਆ, ਇੱਕ ਹੀ ਇੰਨਾ ਲਾਵਾਂਗੇ ਤਿੱਗਣਾ ਹੋ ਜਾਊਗਾ। ਉਹ ਸਾਡੇ ਮਨ ਦੇ ਅੰਦਰ ਇੰਨੇ ਵਿਚਾਰ ਪੈਦਾ ਕਰ ਦੂਗਾ, ਸਾਡੇ ਮਨ ਦੇ ਅੰਦਰ ਇੱਛਾ ਪ੍ਰਗਟ ਕਰ ਦੂਗਾ ਕਿ ਸਾਡੇ ਕੋਲੇ ਵੀ ਇੰਨਾ ਕੁਝ ਹੋਣਾ ਚਾਹੀਦਾ। ਇਹ ਸੁਭਾਵਿਕ ਗੱਲਾਂ ਬੀਤਦੀਆਂ ਆਪਣੇ ਨਾਲ। ਜਿਹੋ ਜਿਹੇ ਇਨਸਾਨ ਕੋਲੇ ਆਪਾਂ ਬੈਠ ਕੇ ਸੰਗ ਕਰਦੇ ਹਾਂ, ਉਹੋ ਜਿਹਾ ਆਪਣੇ ਮਨ ਨੂੰ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ। ਉਹਨਾਂ ਨੇ ਫਿਰ ਸਮਝਾਇਆ, ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਪੜ੍ਹਦੇ ਹਾਂ ਆਪਾਂ, ਦੇਖੋ ਆਪਾਂ ਧਰਮ ਦੇ ਰਸਤੇ ਚੱਲਦੇ ਹਾਂ ਸਾਰੇ, ਬੜਾ ਦਿਲ ਕਰਦਾ ਵੀ ਉਹਨਾਂ ਗੁਰਮੁਖਾਂ ਵਰਗੀ ਅਵਸਥਾ ਬਣ ਜੇ ਜਿਨ੍ਹਾਂ ਦੇ ਇਤਿਹਾਸ ਸੁਣਦੇ ਆ, ਪਰ ਨਹੀਂ ਬਣਦੀ। ਕਾਰਨ ਕੀ, ਉਹ ਬੜਾ ਸਪਸ਼ਟ ਕਰਕੇ ਗੁਰਬਾਣੀ 'ਚ ਦੱਸਿਆ। ਮਹਾਰਾਜ ਕਹਿੰਦੇ ਧਾਵੋ ਦਸ਼ਾ ਅਨੇਕ, ਪ੍ਰੇਮ ਪ੍ਰਭ ਕਾਰਣੇ, ਪੰਚ ਸਤਾਵੇ ਦੂਤ, ਕਵਨ ਵਿਦ ਮਾਰਨੇ। ਕਹਿੰਦੇ ਧਰਮ ਦੇ ਰਸਤੇ ਵੀ ਚੱਲਦੇ ਆ, 5 ਦੂਤ ਫੇਰ ਨਹੀਂ ਖੇੜਾ ਛੱਡਦੇ। ਆਮ ਜੀਵ ਦੀ ਅੱਜ ਮੁਸ਼ਕਲ ਆ, ਉਹ ਕਹਿੰਦੇ ਜੀ ਗੁਰਬਾਣੀ ਦਾ ਪਾਠ ਕਰਦੇ ਆ, ਮਨ ਤਾਂ ਹਾਜ਼ਰ ਹੀ ਨਹੀਂ ਰਹਿੰਦਾ। ਕਈ ਵਾਰ ਹੁੰਦਾ ਆਪਣੇ ਨਾਲ, ਜਾਂ ਤਾਂ ਗੁਟਕਾ ਸਾਹਿਬ ਪ੍ਰਕਾਸ਼ ਕਰਦੇ ਆ ਉਦੋਂ ਹਾਜ਼ਰ ਹੁੰਦਾ, ਜਾਂ ਫਿਰ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ। ਪਤਾ ਨਹੀਂ ਵਿਚਾਰਾ ਕਿੱਥੇ ਕਿੱਥੇ ਸ਼ੈਰ ਕਰਿਆ ਆ। ਕਈ ਵਾਰ ਪੜ੍ਹਦਿਆਂ ਤੋਂ ਇਹ ਵੀ ਨਹੀਂ ਪਤਾ ਲੱਗਦਾ ਵੀ ਕਿਹੜੀ ਪੰਕਤੀ ਪੜ੍ਹਦੇ ਸੀ, ਕਿੱਥੇ ਚਲੇ ਗਏ, ਫਿਰ ਲੱਭਦੇ ਆ ਵੀ ਕਿੱਥੇ ਸੀ ਅਸੀਂ। ਕਾਰਨ ਕੀ ਆ, ਹੁੰਦਾ ਸਾਰਿਆਂ ਨਾਲ, ਪਰ ਭੇਤ ਨਹੀਂ ਲੱਗਦਾ ਸੰਗਤ ਤੋਂ ਬਿਨਾਂ। ਫਿਰ ਉਹਨਾਂ ਸਮਝਾਇਆ, ਕਹਿੰਦੇ ਗੁਰਮੁਖੋ ਤੁਸੀਂ ਸੋਚੋ ਕਿ ਤੁਸੀਂ ਦੌੜਦੇ ਕਿਵੇਂ ਹੋ। ਪਹਿਲਾਂ ਤਾਂ ਜ਼ਿਆਦਾਤਰ ਜੀਵ ਆਪਦੇ ਮਨ ਦੀ ਖੋਜ ਹੀ ਨਹੀਂ ਕਰਦਾ। ਖੋਜ ਕਾਹਦੀ ਕਰਦਾ, ਦੂਸਰਿਆਂ ਦੀ ਖੋਜ, ਕਿ ਦੇਖੋ ਜੀ ਉਹ ਕਿਹੋ ਜਿਹੇ ਔਗਣ ਕਰਦਾ, ਉਹ ਕੀ ਕਰੀ ਜਾਂਦਾ, ਕਿਤੇ ਆਪਦੇ ਅੰਦਰ ਝਾਤੀ ਨਹੀਂ ਮਾਰ ਕੇ ਵੇਖੀ। ਤਦ ਕਰਕੇ ਭਗਤ ਫਰੀਦ ਜੀ ਨੇ ਲਿਖਿਆ ਨਾ, ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੇ ਗਿਰੀਵਾਨ ਮੇ ਸਿਰ ਨੀਵਾਂ ਕਰ ਵੇਖ। ਜਦੋਂ ਆਪਣੇ ਮਨ ਦੇ ਅੰਦਰ ਜੀਵ ਝਾਕਦਾ, ਫੇਰ ਪਤਾ ਲੱਗਦਾ ਵੀ ਕਿੱਥੇ ਕੁ ਖੜੀ ਆ ਗੱਲ। ਫਿਰ ਭਾਈ ਸੇਵਾ ਸਿੰਘ ਜੀ ਨੂੰ ਪੁੱਛਿਆ, ਉਹ ਕਹਿੰਦੇ ਗੁਰਮੁਖੋ ਪਹਿਲਾਂ ਇਉਂ ਸੋਚੋ ਤੁਹਾਡਾ ਮਨ ਭਜਦਾ ਕਿਵੇਂ ਆ। ਪਹਿਲਾਂ ਸੋਚੋ, ਤੁਸੀਂ ਆਪਦੇ ਮਨ ਦੀ ਖੋਜ ਕਰੀ। ਅਸੀਂ ਬੇਨਤੀ ਕੀਤੀ, ਸਾਨੂੰ ਤਾਂ ਮਨ ਬਾਰੇ ਗਿਆਨ ਹੀ ਨਹੀਂ ਹੈ। ਜੇ ਕੁਝ ਕੁ ਵਿਦਵਾਨ ਲੋਕਾਂ ਨੂੰ ਪੁੱਛਦੇ ਆ, ਉਹ ਕਹਿੰਦੇ ਮਨ ਹੁੰਦਾ ਹੀ ਨਹੀਂ, ਕਿਉਂਕਿ ਜੀਵ ਯਤਨ ਤਾਂ ਬੜੇ ਕਰਦਾ ਨਾ। ਜਿੰਨਾ ਚਿਰ ਪੂਰਨ ਗੁਰਮੁਖ ਦੀ ਸੰਗਤ ਨਹੀਂ ਮਿਲਦੀ, ਨਹੀਂ ਭੇਦ ਆਉਂਦਾ। ਉਹਨਾਂ ਨੇ ਫਿਰ ਗੁਰਬਾਣੀ ਦੁਆਰਾ ਸਮਝਾਇਆ, ਕਹਿੰਦੇ ਗੁਰਬਾਣੀ ਹੁਕਮ ਕਰਦੀ ਹੈ, ਇਸ ਮਨ ਕੋ ਕੋਈ ਖੋਜੋ ਭਾਈ। ਤੁਸੀਂ ਆਪਦੇ ਮਨ ਨੂੰ ਖੋਜੋ। ਤਨ ਛੂਟੈ ਮਨ ਕਹਾਂ ਸਮਾਈ, ਵੀ ਜਦੋਂ ਤੁਹਾਡੇ ਤਨੋਂ ਵੱਖ ਹੁੰਦਾ, ਜਾਂਦਾ ਕਿੱਥੇ ਆ। ਵੇਖੋ ਆਪਣਾ ਸਾਰਿਆਂ ਦਾ ਵੱਖ ਹੁੰਦਾ ਮਨ, ਥੋੜਾ ਜਿਹਾ ਧਿਆਨ ਨਾਲ ਸਮਝਣ ਦੀ ਲੋੜ ਆ। ਜਦੋਂ ਆਪਾਂ ਨੂੰ ਨੀਂਦ ਆ ਜਾਂਦੀ, ਆਪਾਂ ਨੂੰ ਪਤਾ ਹੀ ਨਹੀਂ ਸੀ ਕਿੱਥੇ ਚਲੇ ਗਏ, ਕਿਉਂਕਿ ਤਨੋਂ ਵੱਖ ਹੋ ਗਏ।
ਜੇ ਨਹੀਂ ਭੇਦ ਆਉਂਦਾ ਤਾਂ ਹੋਰ ਸਹਿਜ ਜਾ ਕੇ ਵਿਚਾਰੋ। ਆਪਣੇ ਤਨ ਦੇ ਉੱਪਰ ਜਿੰਨਾ ਹੀ ਮਰਜ਼ੀ ਬਿਮਾਰੀ ਕਾਰਨ ਤਕਲੀਫ ਹੋਵੇ, ਇੱਥੋਂ ਤੱਕ ਤਨ ਆਪਣਾ ਕੋਈ ਵੱਡਿਆ ਟੁੱਕਿਆ ਟੁੱਟਿਆ ਹੋਵੇ, ਬੜਾ ਦੁੱਖ ਹੋਵੇ ਆਪਾਂ ਨੂੰ, ਪਰ ਜਦੋਂ ਨੀਂਦ ਆ ਜਾਂਦੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਦੁਖਦਾ ਸਾਡਾ। ਕਿਉਂ? ਜਿਹੜੀ ਚੀਜ਼ ਨੇ ਪੀੜ ਮੰਨਣੀ ਸੀ, ਦੁੱਖ ਮੰਨਣਾ ਸੀ, ਉਹ ਤਨ ਤੋਂ ਬਾਹਰ ਜਾ ਚੁੱਕੀ ਹੈ। ਜਾਣੇ ਆ ਸਾਰੇ, ਪਰ ਜਾਣੇ ਕਿੱਥੇ ਆ? ਨਹੀਂ ਪਤਾ। ਕਿਉਂ? ਸੌਂ ਗਿਆ ਮਨ। ਤਾਂ ਕਰਕੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਰ-ਬਾਰ ਜ਼ਿਕਰ ਹੋ ਰਿਹਾ ਨਾਮ ਜਪਣ ਦਾ, ਆਰਾਧਨ ਦਾ, ਧਿਆਉਣ ਦਾ, ਦਰੜਾਉਣ ਦਾ, ਬਾਰ-ਬਾਰ ਹੁਕਮ ਕਰ ਰਹੀ ਹੈ ਬਾਣੀ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਜਗਾਓ ਕਹਿੰਦੇ ਇਹਨੂੰ, ਕਰੋ ਖੋਜ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੈ ਮਨ ਕਹਾਂ ਸਮਾਈ। ਅਸੀਂ ਬੇਨਤੀ ਕੀਤੀ ਕਿ ਭਾਈ ਸਾਹਿਬ ਬਥੇਰਾ ਆਪਦੀ ਮੱਤ ਨਾਲ ਜ਼ੋਰ ਲਾ ਲਿਆ, ਨਹੀਂ ਪਤਾ ਲੱਗਦਾ। ਕਹਿੰਦੇ ਫਿਰ ਇਉਂ ਸੋਚੋ ਵੀ ਤੁਹਾਡਾ ਮਨ ਭਜਦਾ ਕਿਵੇਂ ਆ, ਤੁਹਾਨੂੰ ਪਤਾ? ਇਹ ਵੀ ਨਹੀਂ ਪਤਾ। ਹੁਣ ਆਪਾਂ ਵਿਚਾਰ 'ਚ ਆਉਣਾ, ਆਪਣਾ ਮਨ ਭਜਦਾ ਕਿਵੇਂ ਆ? ਭਜਦਾ ਨਹੀਂ, ਭਜਾਇਆ ਜਾਂਦਾ। ਕਿੰਨਾ ਵੱਲੋਂ? ਪੰਚ ਦੂਤ ਚਿਤਵੇ ਵੈਕਾਰਾ, ਮੋਹ ਮਾਇਆ ਕਾ ਇਹ ਪਸਾਰਾ। ਇਹਨਾਂ ਪੰਜਾਂ ਨੇ ਆਪਣੇ ਵਿਚਾਰ ਬਣਾਉਣੇ ਸ਼ੁਰੂ ਕਰ ਦੇਣੇ ਹੁੰਦੇ ਆ। ਅਸੀਂ ਬਾਣੀ ਪੜ੍ਹਨੀ ਸ਼ੁਰੂ ਕੀਤੀ, ਇਹਨਾਂ ਨੇ ਵਿਚਾਰ ਬਣਾਉਣੇ ਸ਼ੁਰੂ ਕਰਤੇ। ਜਾਂ ਤਾਂ ਜਿਹੜੀ ਜ਼ਿੰਦਗੀ ਲੰਘ ਚੁੱਕੀ ਆ ਉਹਦੇ ਵਿਚਾਰ, ਜਾਂ ਫਿਰ ਜਿਹੜੀ ਆਉਣ ਵਾਲੀ ਆ ਉਹਦੇ ਵਿਚਾਰ। ਆ ਨਾ ਹੋ ਜੇ, ਆਏ ਨਾ ਹੋ ਜੇ, ਆ ਹੋ ਗਿਆ, ਉਹ ਹੋ ਗਿਆ, ਪਤਾ ਨਹੀਂ ਸਵਾਸ ਆਉਣਾ ਕਿ ਨਹੀਂ ਆਉਣਾ। ਫਿਰ ਅਸੀਂ ਬਾਣੀ ਪੜ੍ਹ ਕੇ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਪੜ੍ਹਿਆ। ਕਈ ਇਹੋ ਜਿਹੇ ਗੁਰਮੁਖ ਮਿਲਦੇ, ਉਹ ਕਹਿੰਦੇ ਜੀ ਅਸੀਂ 5 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਦੇ ਹਾਂ। ਥੋੜਾ ਜਿਹਾ ਸੋਚੀਏ, 40 ਮਿੰਟ ਘੱਟੋ ਘੱਟ ਲੱਗਦੇ ਆ ਇੱਕ ਸੁਖਮਨੀ ਸਾਹਿਬ ਦੇ ਪਾਠ ਨੂੰ, 200 ਮਿੰਟ ਹੋ ਗਿਆ। ਉਹ ਕਹਿੰਦੇ ਜੀ ਸਾਡਾ ਮਨ ਨਹੀਂ ਟਿਕਦਾ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਅਸੀਂ ਬੇਨਤੀ ਕਰਦੇ ਹਾਂ ਗੁਰਮੁਖੋ ਵੀ ਗੁਰਬਾਣੀ ਸੁਖਮਨੀ ਸਾਹਿਬ 'ਚ ਲਿਖਿਆ ਬਈ ਕਿਨਕਾ ਏਕ ਜਹ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਵੀ ਇੱਕ ਕਿਨਕਾ ਵੀ ਨਹੀਂ ਅੰਦਰ ਟਿਕਦਾ। ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਟਿਕਦਾ ਜਾਂ ਨਹੀਂ ਟਿਕਦਾ, ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਸੱਚ ਬੋਲਦੇ ਆ ਕਈ ਜੀਵ। ਕਈ ਭੁਲੇਖਾ ਦਿੰਦੇ ਆ ਲੋਕਾਂ ਨੂੰ ਵੀ ਸਾਡੇ ਤੇ ਤਾਂ ਬੜੀ ਕਿਰਪਾ ਜੀ। ਲੋਕਾਂ ਨੂੰ ਭੁਲੇਖਾ ਨਹੀਂ, ਆਪਣੇ ਆਪ ਨਾਲ ਠੱਗੀ ਹੋ ਰਹੀ ਹੈ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਗੁਰਮੁਖੋ ਚਲੋ ਨਹੀਂ ਟਿਕਦਾ ਮਨ, ਨਹੀਂ ਸ਼ਾਂਤੀ ਆਉਂਦੀ, ਤੁਹਾਡੇ ਮਨ 'ਚ ਪ੍ਰਮਾਤਮਾ ਨੂੰ ਮਿਲਣ ਦੀ ਪਿਆਸ ਪੈਦਾ ਹੋ ਗਈ? ਕਹਿੰਦੇ ਜੀ ਪਿਆਸ ਤਾਂ ਹੈ। ਅਸੀਂ ਬੇਨਤੀ ਕੀਤੀ ਵੀ ਤਾਂ ਵੀ ਪ੍ਰਮਾਤਮਾ ਤੁਹਾਡੇ ਤੇ ਬਲਿਹਾਰ ਜਾਂਦਾ? ਕਹਿੰਦੇ ਜੀ ਐਵੇਂ ਬਲਿਹਾਰ ਜਾਈ ਜਾਂਦਾ। ਅਸੀਂ ਕਿਹਾ ਸੁਖਮਨੀ ਸਾਹਿਬ ਦੀ ਬਾਣੀ 'ਚ ਦੱਸਿਆ ਹੋਇਆ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਉਹ ਕਹਿੰਦੇ ਜੀ ਆਹ ਪੰਕਤੀ ਸੁਖਮਨੀ ਸਾਹਿਬ 'ਚ ਹੈਗੀ? ਦੇਖੋ 5 ਪਾਠ ਰੋਜ਼ ਕੀਤੇ, ਮਨ ਹਾਜ਼ਰ ਹੀ ਨਹੀਂ ਹੈ। ਇਹ ਸਾਡੀ ਅਵਸਥਾ ਬਣ ਗਈ ਜੀਵਾਂ ਦੀ। ਕਿਉਂ? ਅਸੀਂ ਸੁੱਤੇ ਪੈ ਬਾਣੀ ਪੜ੍ਹੀ ਜਾਂਦੇ ਹਾਂ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਫਿਰ ਉਹਨਾਂ ਨੇ ਸਾਨੂੰ ਸਮਝਾਇਆ ਕਿ ਤੁਸੀਂ ਪਹਿਲਾਂ ਜਾਗੋ। ਜਾਗਣ ਦਾ ਤਰੀਕਾ ਕੀ? ਉੱਥੇ 1-1 ਸਾਲ ਰੱਖ ਕੇ ਕਰਾਉਂਦੇ ਕੀ ਆ? ਕਈ ਵਾਰ ਭੁਲੇਖੇ ਨੇ ਅੱਜ ਦੁਨੀਆ 'ਚ ਵੀ ਉੱਥੇ ਖੰਨੀ ਭੋਰੇ ਪੱਟੇ ਹੋਏ ਆ, ਭੋਰਿਆਂ 'ਚ ਬਿਠਾਏ ਹੋਏ ਆ। ਕਈ ਤਰ੍ਹਾਂ ਦੀਆਂ ਇਨਸਾਨ ਗੱਲਾਂ ਕਰਦੇ ਆ, ਹੁੰਦੀਆਂ ਰਹਿਣੀਆਂ, ਕੋਈ ਪਰਵਾਹ ਨਹੀਂ। ਉੱਥੇ ਹੁੰਦਾ ਕੀ ਆ? ਅੰਮ੍ਰਿਤ ਛਕਣ ਤੋਂ ਬਾਅਦ ਜਿਹੜੇ 5 ਪਿਆਰਿਆਂ ਦੀ ਪ੍ਰੀਖਿਆ 'ਚ ਪਾਸ ਹੋ ਗਏ, 1 ਸਾਲ ਫਿਰ ਰੱਖਿਆ ਜਾਂਦਾ। ਜੀ 'ਚ 3 ਵੇਰੀ 2-2 ਘੰਟੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨਾ ਪੈਣਾ, ਸਾਸ ਗਰਾਸ ਵਿਧੀ ਦੁਆਰਾ। 2 ਫਿਰ ਕਲਾਸਾਂ ਅਟੈਂਡ ਕਰਨੀਆਂ ਪੈਣੀਆਂ, ਇੱਕ ਗਿਆਨ ਦੀ ਔਰ ਇੱਕ ਧਿਆਨ ਦੀ। ਉਸ ਤੋਂ ਬਾਅਦ ਫਿਰ ਕਰਮ ਵੀ ਕਰਨਾ ਪੈਣਾ ਨਾਲ, ਤਾਂ ਕਿ ਜਦੋਂ ਅਸੀਂ ਘਰਾਂ 'ਚ ਵਾਪਸ ਆਈਏ, ਕਿਤੇ ਜਦੋਂ ਕਰਮ ਕਰਨ ਲੱਗੇ ਉਦੋਂ ਨਾ ਸਾਨੂੰ ਪਰਮਾਤਮਾ ਦਾ ਨਾਮ ਭੁੱਲ ਜੇ। ਫਿਰ ਗੁਰਬਾਣੀ ਦੀ ਉਹ ਪੰਕਤੀ ਤੇ ਪਹਿਰਾ ਦਵਾਇਆ, ਸਿਮਰ ਸਿਮਰ ਹਰ ਕਾਰਨ ਕਰਨਾ, ਕਿ ਜਦੋਂ ਤੁਸੀਂ ਕਿਰਤ ਵੀ ਕਰਨੀ ਆ ਉਦੋਂ ਵੀ ਤੁਹਾਡੇ ਮੂੰਹ 'ਚੋਂ ਵਾਹਿਗੁਰੂ ਵਾਹਿਗੁਰੂ ਇਹ ਚੱਲਦਾ ਰਵੇ ਸ਼ਬਦ। ਤੁਹਾਡੇ ਮਨ ਦੀ ਅਵਸਥਾ ਉਹ ਬਣ ਜੇ ਜਿਹੜੀ ਇੱਕ ਸੰਤ ਦੀ ਦੱਸੀ ਹੋਈ ਆ ਗੁਰਬਾਣੀ 'ਚ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਫਿਰ 1 ਸਾਲ ਰੱਖਣ ਤੋਂ ਬਾਅਦ, ਮਿਹਨਤ ਕਰਨ ਤੋਂ ਬਾਅਦ, ਫੇਰ ਆ ਤੁਹਾਡੀ ਸੇਵਾ ਚਾਹੁੰਦੇ ਅਸੀਂ। ਕਿਉਂ?
ਇਹ ਕੋਈ ਇਹ ਨਹੀਂ ਹੈ ਵੀ ਅਸੀਂ ਘਰੇ ਬੈਠੇ ਰਹੀਏ, ਬਹਿਣ ਨੂੰ ਦਿਲ ਕਰਦਾ ਜਦੋਂ ਹਾਲਾਤ ਵੇਖੀ ਦੀ ਆ ਪ੍ਰਚਾਰਕਾਂ ਦੀ ਵਾਰ। ਇਹੋ ਜੀ ਦਿੱਖ ਬਣ ਗਈ ਇੱਕ ਪ੍ਰਚਾਰਕ ਦੀ, ਲੋਕ ਇਹ ਸਮਝਦੇ ਆ ਵੀ ਸਿਰਫ ਇਹ ਮਾਇਆ ਇਕੱਠੀ ਕਰਨ ਆਉਂਦੇ ਆ। ਕਈ ਵਾਰੀ ਮਨ ਇਸ ਗੱਲ ਨੂੰ ਲੈਂਦਾ ਵੀ ਕਿ ਸਾਡੀ ਇੰਨੀ ਦਿੱਖ ਖਰਾਬ ਹੋ ਚੁੱਕੀ ਆ ਪ੍ਰਚਾਰਕ ਲਾਣੇ ਦੀ, ਲੋਕ ਪਿਆਰ ਕਰਨੋਂ ਹਟ ਗਏ ਸਾਡੇ ਨਾਲ। ਕਾਰਨ ਕੀ? ਸਾਡੇ ਜੀਵਨ ਨਹੀਂ ਰਹੇ। ਅਸੀਂ ਜਿਹੜੀਆਂ ਗੱਲਾਂ ਕਰਦੇ ਆਪ ਨਹੀਂ ਕਰਦੇ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਪਰ ਹੁਕਮ ਕੇ ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਜੇ ਹੁਣ ਅਸੀਂ ਜਪਾਉਂਦੇ ਹੀ ਨਹੀਂ ਕਿਸੇ ਨੂੰ, ਕਿਉਂਕਿ ਸਾਡੀ ਆਪਦੀ ਹਾਲਤ ਇਹੋ ਜਿਹੀ ਸੀ ਜਿਹੜੀ ਆਮ ਸੰਸਾਰ ਦੀ ਆ। ਪਰ ਜਦੋਂ ਭੇਦ ਆਉਣਾ ਸ਼ੁਰੂ ਹੋਇਆ ਫੇਰ ਪਤਾ ਲੱਗਿਆ ਵੀ ਗੱਲ ਤਾਂ ਬੜੀ ਸੌਖੀ ਜੀ ਕਰਕੇ ਦੱਸੀ ਹੋਈ ਆ। ਅਸੀਂ ਔਖੀ ਸਮਝੀ ਬੈਠੇ ਆ ਕਿ ਪ੍ਰਮਾਤਮਾ ਦੀ ਭਗਤੀ ਕਰਨੀ ਸ਼ਾਇਦ ਖੰਨੀ ਕਿੱਡੀ ਕੁ ਔਖੀ ਆ, ਕਿਉਂਕਿ ਲੋਕਾਂ ਨੇ ਔਖੀ ਕਰਤੀ। ਔਖੀ ਨਹੀਂ ਹੈ। ਮਹਾਰਾਜ ਗੁਰੂ ਨਾਨਕ ਦੇ ਘਰ ਤੇ ਫਿਰ ਪਹਿਰਾ ਦਵਾਇਆ ਉਹਨਾਂ ਨੇ ਕਿ ਆਪਣੇ ਗ੍ਰਸਥ ਜੀਵਨ ਚ ਰਹੋ, ਆਪਣੇ ਪਰਿਵਾਰਾਂ ਚ ਰਹੋ, ਦੁਨੀਆ ਦੀ ਕਿਰਤ ਕਰੋ। ਕਿਉਂ? ਜੇ ਕਿਰਤ ਨਾ ਕਰੋਗੇ, ਮੰਗਦੇ ਫਿਰੋਗੇ, ਮੰਗਣ ਵਾਲੇ ਨੂੰ ਕਿਤੇ ਮਾਣ ਨਹੀਂ ਮਿਲਦਾ। ਤੁਹਾਡੇ ਕੋਲੇ ਦੋਨੇ ਧਨ ਹੋਣੇ ਚਾਹੀਦੇ ਆ, ਇੱਕ ਦੁਨਿਆਵੀ ਧਨ ਤੇ ਦੂਸਰਾ ਨਾਮ ਰੂਪੀ ਧਨ। ਦੁਨੀਆ 'ਚ ਤੁਹਾਡੀ ਇੱਜ਼ਤ ਤਾਂ ਬਚੂਗੀ ਜੇ ਦੁਨੀਆ ਦਾ ਧਨ ਤੁਹਾਡੇ ਕੋਲੇ ਹੈ, ਜਿਹਦੇ ਵਾਸਤੇ ਆਪਾਂ ਨੂੰ ਕਿਰਤ ਕਰਨ ਦਾ ਹੁਕਮ ਦਿੱਤਾ। ਮਾਲਕ ਦੇ ਦਰਬਾਰ 'ਚ ਤੁਹਾਡੀ ਤਾਂ ਇੱਜ਼ਤ ਰਹੂਗੀ ਜੇ ਤੁਹਾਡੇ ਕੋਲੇ ਨਾਮ ਰੂਪੀ ਧਨ। ਸ਼ਰਮ ਧਰਮ ਦੋਇ ਨਾਨਕਾ, ਜੇ ਧਨ ਪੱਲੇ ਹੋਏ। ਕਿਰਤ ਕਰਨੀ, ਨਾਮ ਜਪਣਾ। ਜਦੋਂ ਫਿਰ ਅਸੀਂ ਨਾਮ ਜਪਣ ਦੇ ਉੱਪਰ ਪਹਿਰਾ ਦੇਵਾਂਗੇ, ਨਿਤ ਦੀ ਕਰਨੀ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਉਪਦੇਸ਼ ਗੁਰੂ, ਗੁਰੂ ਦਾ ਉਪਦੇਸ਼ ਹੈ। ਉਪਦੇਸ਼ ਗੁਰੂ ਹਰ 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 ਜਾਪੈ। ਜੇ ਜਪਾਂਗੇ ਕੀ ਹੋਊਗਾ? ਸਭ ਕਿਲ ਬਿਖ ਪਾਪ ਦੋਖ ਲੈ ਜਾਵੇ। ਕੱਲੀ ਕੱਲੀ ਪੰਕਤੀ 'ਚ ਬੜਾ ਬਹੁਤ ਛੁਪਿਆ ਹੋਇਆ ਕਿ ਤੁਹਾਡੇ ਕੀਤੇ ਹੋਏ ਪਾਪ ਹਰੇਕ ਇਨਸਾਨ ਤੋਂ ਹੁੰਦੇ ਆ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਜੇ ਆਪਾਂ ਭੁੱਲਣਹਾਰ ਨਾ ਹੋਈਏ ਫਿਰ ਆਪਾਂ ਨੂੰ ਤਾਂ ਸੰਗਤ ਕਰਨ ਦੀ ਲੋੜ ਹੀ ਨਹੀਂ ਹੈ। ਕਈ ਇਨਸਾਨ ਕਹਿੰਦੇ ਆ ਜੀ ਪਹਿਲਾਂ ਅਸੀਂ ਨਾ ਆਪਣਾ ਮਨ ਸਾਫ਼ ਕਰ ਲਈਏ ਫੇਰ ਅਸੀਂ ਸੰਗਤ ਕਰਾਂਗੇ। ਵੀ ਜੇ ਮਨ ਸਾਫ਼ ਹੋ ਗਿਆ ਫਿਰ ਤਾਂ ਕਰਨ ਦੀ ਲੋੜ ਹੀ ਨਹੀਂ। ਮਨ ਸਾਫ਼ ਕਰਨ ਦੇ ਲਈ ਸਾਰਾ ਕੁਝ ਕਰਨਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਜੇ ਜਪੋਗੇ ਕੀ ਹੋਊਗਾ? ਸਭ ਕਿਲ ਬਿਖ ਪਾਪ ਦੋਖ ਲੈ ਜਾਵੇ। ਇੰਨੇ ਪਾਪ ਮਹਾਰਾਜ ਦੀ ਗੁਰਬਾਣੀ ਕਹਿੰਦੀ ਕੀਤੇ ਹੋਣ, ਕੱਟੇ ਪਾਪ ਅਸੰਖ, ਜਿੱਥੇ ਗਿਣਤੀ ਖਤਮ ਹੋ ਜਾਂਦੀ ਆ। ਪਰ ਕਾਹਦੇ ਨਾਲ? ਨਾਵੈ ਇੱਕ ਕਣੀ। ਕੱਟੇ ਤਾਂ ਜਾਣਗੇ ਪਰ ਪ੍ਰਮਾਤਮਾ ਦੇ ਨਾਮ ਦੀ ਕਣੀ ਨਾਲ। ਤਦ ਕਰਕੇ ਸਮਝਾਇਆ ਨਾ, ਕਿਨਕਾ ਏਕ ਜਹ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਦੋਖ ਪਾਪ ਲੈ ਜਾਵੇ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਗੁਰੂ ਨੂੰ ਕੌਣ ਚੰਗਾ ਲੱਗਦਾ? ਆਪਾਂ ਆਏ ਆ ਸਾਰੇ ਕਾਹਦੇ ਵਾਸਤੇ? ਕਿ ਗੁਰੂ ਦੀ ਸਾਡੇ ਤੇ ਨਜ਼ਰ ਹੋ ਜੇ। ਕੌਣ ਚੰਗਾ ਲੱਗਦਾ ਗੁਰੂ ਨੂੰ? ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੂੰ ਦਿਆਲ ਹੋਏ ਮੇਰਾ ਸੁਆਮੀ। ਆ ਆਪਣੇ ਤੇ ਉਹ ਦਿਆਲ ਆ ਤਾਂ ਆਪਾਂ ਬੈਠਿਆ ਨਹੀਂ, ਆ ਹੀ ਨਹੀਂ ਸਕਦੇ ਇੱਥੇ। ਕਿਉਂ? ਗੁਰੂ ਦਾ ਉਪਦੇਸ਼ ਸੁਣਨ ਆਏ ਆ। ਜਿਸਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ। ਤੇ ਹੁਣ ਸਿੱਖ ਜੇ ਬਣਨਾ ਮਹਾਰਾਜ ਕਹਿੰਦੇ ਚਾਹੁੰਦੇ ਹੋ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਉਹਨਾਂ ਦੀ ਧੂੜ ਨਹੀਂ ਮੰਗੀ ਵੀ ਜਿਨ੍ਹਾਂ ਕੋਲੇ ਬਹੁਤ ਦੁਨੀਆ ਦਾ ਪੈਸਾ। ਕਿਸੇ ਰਾਜੇ ਦੀ ਧੂੜ ਨਹੀਂ ਮੰਗੀ ਸੰਸਾਰ ਚੋਂ। ਕਿਹਦੀ? ਜਿਹਨੇ ਪ੍ਰਮਾਤਮਾ ਦਾ ਨਾਮ ਜਪਿਆ ਤੇ ਜਪਾਇਆ। ਇਹ ਆਪਾਂ ਹੁਣ ਆਪਣੇ ਜੀਵਨ ਅੰਦਰ ਧਾਰਨ ਕਰ ਲਈਏ ਵੀ ਆਪ ਵੀ ਜਪੀਏ ਤੇ ਹੋਰਨਾਂ ਨੂੰ ਵੀ ਜਪਾਈਏ। ਤੇ ਜਪਣਾ ਕਾਹਦੀ ਖਾਤਰ ਆ? ਇਹਦੇ ਬਾਰੇ ਵੀ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਆ ਕਿ ਨਾਮ ਅਸੀਂ ਜਪਣਾ ਕਿਉਂ ਆ।
ਸੰਸਾਰ 'ਚ ਵਿਚਰਨ ਦਾ ਮੌਕਾ ਮਿਲਦਾ ਰਹਿੰਦਾ। ਤੁਹਾਡੀ ਕਿਰਪਾ ਨਾਲ ਐਸੇ ਲੋਕ ਮਿਲਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਵੀ ਉਹਨਾਂ ਕੋਲ ਆ ਦੁਨਿਆਵੀ ਧਨ ਕਿੰਨਾ ਕੁ ਰੋਜ਼ ਆਈ ਜਾਂਦਾ, ਕਿੰਨਾ ਕੁ ਖਰਚ ਹੋਈ ਜਾਂਦਾ। ਇੱਥੋਂ ਤੱਕ ਆ ਕਿ ਉਹਨਾਂ ਨੂੰ ਪਾਣੀ ਦਾ ਗਲਾਸ ਵੀ ਨੌਕਰ ਫੜਾਉਂਦੇ ਆ ਵੀ ਪੀਓ ਜੀ। ਉਹਨਾਂ ਦੀ ਬਾਹਰੀ ਦਿੱਖ ਵੇਖ ਕੇ ਬੜਾ ਸੋਹਣਾ ਲੱਗਦਾ, ਵੀ ਬੜੇ ਸੁਖੀ ਲੱਗਦੇ ਆ। ਕਈ ਵਾਰ ਸਾਡੇ ਮਨ 'ਚ ਇੱਕ ਭੁਲੇਖਾ ਪੈਂਦਾ, ਕਿਉਂਕਿ ਸਾਡੇ ਪੈਂਦੇ ਰਹੇ ਤਾਂ ਅਸੀਂ ਦੇਖਦੇ ਹਾਂ। ਆਮ ਜੀਵ ਦੇ ਪੈਂਦਾ ਭੁਲੇਖਾ ਕੀ, ਵੀ ਜਿਹੜੇ ਤਾਂ ਜੀ ਰੱਬ ਦਾ ਨਾਮ ਲੈਂਦੇ ਆ, ਧਰਮ ਦੇ ਰਸਤੇ ਚੱਲਦੇ ਆ, ਉਹਨਾਂ ਦਾ ਆਰਥਿਕ ਪੱਖ ਮਾੜਾ ਰਹਿੰਦਾ। ਜਿਹੜੇ ਮਾੜੇ ਕਰਮ ਕਰਦੇ ਆ, ਦੇਖੋ ਕਿੰਨੀ ਮੌਜ ਕਰਦੇ ਆ। ਇਹ ਕਈ ਵਾਰ ਸਾਡੇ ਮਨ 'ਚ ਪੰਜ ਨਾ ਇਹੋ ਜਿਹਾ ਭੁਲੇਖਾ ਵੀ ਪਾ ਦਿੰਦੇ ਆ। ਹਾਸਾ ਆਉਂਦਾ ਹੁਣ ਬੀਬੀਆਂ ਨੂੰ, ਕਿਉਂਕਿ ਭੁਲੇਖਾ ਪੈਂਦਾ। ਉਦੋਂ ਇਹ ਨਹੀਂ ਦੇਖਣਾ ਵੀ ਪ੍ਰੈਕਟੀਕਲ ਕਰਨਾ। ਉਦੋਂ ਵੀ ਜਿਹੜਾ ਇਨਸਾਨ ਤੁਹਾਨੂੰ ਆਪਣੀ ਮਤ ਦੁਆਰਾ ਬਹੁਤਾ ਸੁਖੀ ਲੱਗਦਾ ਨਾ, ਉਹਦਾ ਅੰਦਰ ਦੇਖਣ ਦੀ ਇੱਕ ਵਿਧੀ ਦੱਸੀ ਆ ਗੁਰਬਾਣੀ 'ਚ। ਪ੍ਰੈਕਟੀਕਲ ਤੁਸੀਂ ਆਪ ਕਰਿਓ। ਤੁਸੀਂ ਉਸ ਇਨਸਾਨ ਕੋਲੇ ਜਾਇਓ, ਬੈਠਿਓ, ਉਹਨੂੰ ਕਹੋ ਜੀ 2 ਮਿੰਟ ਬੈਠੋ, ਅਸੀਂ ਤੁਹਾਨੂੰ ਨਾ ਆਪਦਾ ਕੋਈ ਦੁੱਖ ਸੁਣਾਉਣ ਆਏ ਆ। ਉਹ ਕਹੂਗਾ ਸੁਣਾਓ, ਪਰ 2-4 ਮਿੰਟ ਤੋਂ ਵੱਧ ਤੁਹਾਡਾ ਦੁੱਖ ਨਹੀਂ ਸੁਣੂਗਾ। ਉਹ ਕਹੂਗਾ ਰੁਕੋ ਪਹਿਲਾਂ ਮੇਰਾ ਸੁਣ ਲਓ, ਮੈਂ ਤਾਂ ਆਪ ਭਰਿਆ ਪਿਆ। ਸਾਡਾ ਫਿਰ ਭੁਲੇਖਾ ਨਿਕਲ ਜਾਂਦਾ ਉੱਥੋਂ, ਕਿਉਂਕਿ ਗੁਰਬਾਣੀ 'ਚ ਸਮਝਾਇਆ ਹੋਇਆ ਆਪਾਂ ਨੂੰ, ਜਿਸ ਮਨੁੱਖ ਪੈ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਦੁਖੀ ਦੁਨੀ ਸਹੇੜੀਐ, ਜਾਏ ਤਾਂ ਲੱਗੈ ਦੁੱਖ। ਤੇ ਗੁਰੂ ਨਾਨਕ ਦੇ ਘਰ ਨੇ 500 ਸਾਲ ਪਹਿਲਾਂ ਫੈਸਲਾ ਕੀਤਾ ਹੋਇਆ, ਨਾਨਕ ਦੁਖੀਆ ਸਭ ਸੰਸਾਰ। ਤੇ ਇਦੋਂ ਫਿਰ ਇੱਕ ਅੱਗੇ ਪੰਕਤੀ ਦੱਸੀ, ਨਾਮ ਜਪਣਾ ਕਿਉਂ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸਿੱਖਾਂ ਨੇ, ਕਹਿੰਦੇ ਮਹਾਰਾਜ ਜੀ ਸਾਰਾ ਸੰਸਾਰ ਹੀ ਦੁਖੀ ਆ, ਤੇ ਇਹਦਾ ਕਾਰਨ ਕੀ ਆ। ਉਹ ਕਹਿੰਦੇ ਜੀਵਨ ਦੀ ਬਾਜੀ ਹਾਰਦੇ ਆ ਵਿਚਾਰੇ। ਜਦੋਂ ਬੰਦਾ ਕਿਸੇ ਵੀ ਪੱਖ ਤੋਂ ਹਾਰਦਾ, ਉਹ ਦੁਖੀ ਰਹਿੰਦਾ। ਉਹ ਕਹਿੰਦੇ ਜੀ ਫਿਰ ਸੁਖੀ ਵੀ ਆ ਕੋਈ। ਉਹ ਕਹਿੰਦੇ ਹਾਂ। ਕਹਿੰਦੇ ਸੁਖੀ ਕੌਣ ਆ। ਫਿਰ ਇਦੋਂ ਅਗਲੀ ਪੰਕਤੀ ਗੁਰਬਾਣੀ 'ਚ ਆਪਾਂ ਪੜ੍ਹਦੇ ਆ, ਮੰਨੈ ਨਾਉ ਸੋਈ ਜਨ ਜਾਏ, ਅਵਰੀ ਕਰਮ ਨਾ ਲਿਖੈ ਪਾਏ। ਵੀ ਜਿੰਨਾ ਚਿਰ ਤੁਸੀਂ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ, ਉਹਨਾਂ ਚਿਰ ਜਿੱਤ ਨਹੀਂ ਸਕਦੇ। ਜਿੰਨਾ ਚਿਰ ਜਿੱਤ ਨਹੀਂ ਸਕਦੇ, ਉਹਨਾਂ ਚਿਰ ਤੁਸੀਂ ਸੁਖੀ ਹੋਈ ਨਹੀਂ ਹੋ ਸਕਦੇ। ਫਿਰ ਤੱਤ ਕੱਢ ਕੱਢ ਕੇ ਆਪਾਂ ਨੂੰ ਸਮਝਾਇਆ ਮਹਾਰਾਜ। ਕਹਿੰਦੇ ਡਿੱਠਾ ਸਭ ਸੰਸਾਰ, ਸੁਖ ਨਾ ਨਾਮ ਬਿਨ। ਆਪਾਂ ਅੱਜ ਦੀ ਦੁਨੀਆ ਦੀ ਗੱਲ ਕਰਦੇ ਹਾਂ। ਸਾਡੇ ਮਨ 'ਚ ਇੱਕ ਵਿਚਾਰ ਉਤਪੰਨ ਹੁੰਦੇ ਆ ਕਿ ਸਾਡੇ ਕੋਲੇ ਦੁਨੀਆ ਦੀ ਬਹੁਤ ਮਾਇਆ ਹੋਵੇ, ਅਸੀਂ ਸੁਖੀ ਹੋ ਜਾਵਾਂਗੇ। ਕਈ ਵਾਰੀ ਪੂਰਬਲੇ ਕਰਮਾਂ ਦਾ ਕਰਕੇ ਮਿਲ ਜਾਂਦੀ ਹੈ, ਫੇਰ ਵੀ ਨਹੀਂ ਸੁੱਖ ਮਿਲਦਾ। ਵੱਡੇ ਵੱਡੇ ਰਾਜੇ ਮਹਾਰਾਜਿਆਂ ਦੀਆਂ ਕਹਾਣੀਆਂ ਆਪਾਂ ਸੁਣਦੇ ਹਾਂ, ਜਿਹੜੇ ਰਾਜ ਭਾਗਾਂ ਦੇ ਮਾਲਕ ਵੀ ਫੇਰ ਵੀ ਉਹਨਾਂ ਨੂੰ ਸੁੱਖ ਨਹੀਂ ਮਿਲਿਆ। ਅੱਜ ਵੀ ਵੱਡੇ ਵੱਡੇ ਸ਼ਹਿਰਾਂ 'ਚ ਇਹੋ ਜਿਹੇ ਲੋਕ ਆ, ਉਹਨਾਂ ਨੂੰ ਵਿਚਾਰਿਆਂ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਫੇਰ ਉਹ ਆਪਣੇ ਮਨ ਦੇ ਸੁੱਖ ਵਾਸਤੇ ਨਾਚ ਵੇਖਦੇ ਆ, ਨਾਟਕ ਵੇਖਦੇ ਆ ਵੀ ਸੁਖੀ ਹੋ ਜਾਈਏ। ਅੱਜ ਆਪਾਂ ਵੀ ਬਹੁਤ ਵੇਖਦੇ ਆ, ਟੀਵੀ ਸੀਰੀਅਲ ਚੱਲਦੇ ਆ, ਅਸੀਂ ਉਹਨਾਂ ਨੂੰ ਵੇਖ ਵੇਖ ਕੇ ਦੁਖੀ ਹੋਈ ਜਾਂਦੇ ਆ। ਦੇਖਣਾ ਸੀਗਾ ਵੀ ਮਨੋਰੰਜਨ ਹੋਵੇ, ਮਨ ਦੀ ਹਾਲਤ ਕੀ ਹੋ ਗਈ, ਹੋਰ ਦੁੱਖ 'ਚ ਚਲਿਆ ਗਿਆ। ਫੇਰ ਆਪਣੇ ਮਨ 'ਚ ਇੱਕ ਵਿਚਾਰ ਪੈਦਾ ਹੁੰਦੀ ਆ ਵੀ ਆ ਜਿਹੜੇ ਦੇਸ਼ 'ਚ ਅਸੀਂ ਰਹਿੰਦੇ ਆ, ਇੱਥੇ ਸੁੱਖ ਨਹੀਂ ਹੈ, ਕਿਸੇ ਹੋਰ ਦੇਸ਼ 'ਚ ਚੱਲੀਏ, ਸ਼ਾਇਦ ਸਾਨੂੰ ਸੁੱਖ ਮਿਲ ਜੇ। ਉਹ ਆਪਾਂ ਸਾਰੇ ਹੁਣ ਪ੍ਰੈਕਟੀਕਲ ਕਰ ਹੀ ਚੁੱਕੇ ਹੋ ਤੁਸੀਂ। ਤੇ ਗੁਰੂ ਨਾਨਕ ਦੇ ਘਰ ਨੇ 400-500 ਸਾਲ ਪਹਿਲਾਂ ਇਹ ਤੱਤ ਕੱਢੇ। ਮਹਾਰਾਜ ਕਹਿੰਦੇ ਸੁੱਖ ਨਾਹੀ ਬਹੁਤਾ ਧਨ ਖਾਟੇ, ਸੁੱਖ ਨਾਹੀ ਪੇਖੈ ਨਿਰਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਕਹਿੰਦੇ ਜੇ ਹਰੀ ਦੇ ਗੁਣ ਗਾਵੋਗੇ ਤਾਂ ਤੁਹਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਊਗੀ। ਕਿਉਂ? ਜਦੋਂ ਅਸੀਂ ਹਰੀ ਦੇ ਗੁਣ ਗਾਉਣੇ ਆ, ਸਾਡੇ ਮਨ ਨੂੰ ਲੱਗੀ ਹੋਈ ਮੈਲ ਉਤਰਦੀ ਆ। ਫਿਰ ਜਿਹੜਾ ਮੈਲਾ ਹੋ ਚੁੱਕਿਆ, ਮੈਲਾ ਹੋਇਆ ਤਾਂ ਕੱਪੜਾ ਨਹੀਂ ਚੰਗਾ ਲੱਗਦਾ, ਤੇ ਜਿਹੜਾ ਮਨ ਮੈਲਾ ਉਹ ਕਿੱਥੇ ਚੰਗਾ ਲੱਗਦਾ। ਹਰ ਰੋਜ਼ ਆਪਾਂ ਪੜ੍ਹਦੇ ਆ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਜਦੋਂ ਫਿਰ ਅਸੀਂ ਪ੍ਰਮਾਤਮਾ ਦੇ ਗੁਣ ਗਾਉਂਦੇ ਆ, 2 ਤਰ੍ਹਾਂ ਦੇ ਨਾਲ ਗੁਣ ਗਾਏ ਜਾਂਦੇ ਆ। ਇੱਕ ਤਾਂ ਸਵਾਰਥ ਰੱਖ ਕੇ ਗਾਏ ਜਾਂਦੇ ਆ। ਅੱਜ ਬਣ ਗਿਆ ਨਾ ਆਪਣਾ ਸੁਭਾਅ,
ਮਹਾਰਾਜ ਕੋਲ ਆਏ, ਮਹਾਰਾਜ ਤੇਰਾ ਸਹਿਜ ਪਾਠ ਕਰਾ ਦਿਆਂਗੇ, ਆ ਸਾਡਾ ਕੰਮ ਕਰਦੇ, ਪਹਿਲਾਂ ਸ਼ਰਤ ਰੱਖੀ ਹੋਈ ਹੈ, ਅਸੀਂ ਅਖੰਡ ਪਾਠ ਕਰਾਵਾਂਗੇ, ਸਾਡਾ ਆਹ ਕੰਮ ਕਰਦੇ, ਪਹਿਲਾਂ ਜੇ ਪੂਰਾ ਕਰੇਗਾ ਫੇਰ ਕਰਾਵਾਂਗੇ, ਨਹੀਂ ਕਰਾਉਂਦੇ ਅਸੀਂ, ਸ਼ਰਤ ਰੱਖੀ ਹੋਈ ਹੈ ਸਾਡੀ। ਕਿਉਂਕਿ ਭੁੱਲ ਗਏ, ਅਣਜਾਣ ਟੀਚਰਾਂ ਦੇ ਵੱਸ ਪੈ ਗਏ, ਉਹਨਾਂ ਨੇ ਜਿਹੋ ਜਿਹੀ ਸਿੱਖਿਆ ਦੇਣੀ ਸੀ ਉੱਥੇ ਅਸੀਂ ਲੱਗ ਗਏ। ਫਿਰ ਭਾਈ ਸੇਵਾ ਸਿੰਘ ਜੀ ਨੇ ਸਾਨੂੰ ਸਮਝਾਇਆ, ਸਮੁੱਚੀ ਮਨੁੱਖਤਾ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਇਹ ਨਹੀਂ ਕੰਮ ਕਰਨਾ ਆਪਾਂ। ਤੁਹਾਨੂੰ ਜੇ ਗੁਰੂ ਤੇ ਭਰੋਸਾ ਤਾਂ ਉਹ ਤਾਂ ਬਾਰ-ਬਾਰ ਗੁਰਬਾਣੀ 'ਚ ਹੁਕਮ ਕਰ ਰਿਹਾ, ਤੁਹਾਨੂੰ ਚਿੰਤਾ ਕਾਹਦੀ ਆ। ਗੁਰ ਪੂਰਾ ਜਨ ਸਿਮਰਿਆ, ਸਈ ਭੈ ਨਿਹਾਲ, ਨਾਨਕ ਨਾਮ ਅਰਾਧਣਾ, ਕਾਰਜ ਆਵੈ ਰਸ। ਪ੍ਰੀਖਿਆ ਨਾ ਲਓ, ਕਹਿੰਦੇ ਸੌਦਾ ਨਾ ਕਰੋ ਗੁਰੂ ਨਾਲ। ਗੁਰੂ ਨਾਲ ਸੌਦਾ ਮਹਿੰਗਾ ਪੈਂਦਾ। ਕਿਉਂ ਮਹਿੰਗਾ ਪੈ ਜਾਂਦਾ? ਜੇ ਤਾਂ ਸਾਡੀ ਮੰਗ ਪੂਰੀ ਹੋ ਗਈ ਤਾਂ ਵੀ ਅਸੀਂ ਪਾਠ ਕਰਾਤਾ, ਕੋਈ ਪਿਆਰ ਨਹੀਂ, ਮੰਗ ਤੱਕ ਪਿਆਰ ਸੀ। ਜੇ ਮੰਗ ਨਹੀਂ ਪੂਰੀ ਹੋਈ, ਸਾਡਾ ਭਰੋਸਾ ਵੀ ਟੁੱਟ ਸਕਦਾ ਕਿ ਗੁਰੂ ਨੇ ਸਾਡੀ ਮੰਗ ਹੀ ਨਹੀਂ ਪੂਰੀ ਕੀਤੀ। ਕਿਉਂ ਮੰਗਾਂ ਸਾਡੀਆਂ ਤਾਂ ਨਹੀਂ ਪੂਰੀਆਂ ਹੁੰਦੀਆਂ, ਬੀਜੀ ਸਾਡੀ ਜ਼ਹਿਰਾ, ਮੰਗਦੇ ਸੀ ਅੰਮ੍ਰਿਤ। ਬੀਜੈ ਬਿਖ ਮੰਗੇ ਅੰਮ੍ਰਿਤ, ਬਿਖ ਕਦੋਂ ਬੀਜ ਲਈ? ਪੂਰਬਲੇ ਜਨਮਾਂ 'ਚ। ਆਪਨ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਉਹਨਾਂ ਨੇ ਫਿਰ ਪ੍ਰੌੜਤਾ ਕਰਵਾਈ ਸਾਨੂੰ ਕਿ ਜਿਹੜੇ ਆ ਪਦਾਰਥ ਮਿਲਦੇ ਆ ਨਾ ਦੁਨੀਆ ਨੂੰ, ਇਹ ਕਿਸੇ ਦੀ ਸਿਆਣਪ ਨਾਲ ਨਹੀਂ ਮਿਲਦੇ। ਜਿਹੜੇ ਮਨ 'ਚ ਭੁਲੇਖੇ ਪੈਂਦਾ ਵੀ ਮਾੜੇ ਕੰਮ ਕਰਨ ਵਾਲੇ ਬੜੇ ਅਮੀਰ ਆ, ਇਹਨਾਂ ਕਰਮਾਂ ਦੇ ਹਿਸਾਬ ਨਾਲ ਨਹੀਂ ਮਿਲਦੇ। ਪੂਰਬਲੇ ਜਨਮ ਦੀ ਖੇਡ ਆ, ਬਿਲਲਾਟ ਨਾ ਕਰੋ। ਮਨ ਮੂਰਖ ਕਾਹੇ ਬਿਲਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਪਰ ਜੀਵਨ ਦੀ ਜਾਚ ਸਿਖਾਈ ਗੁਰਮਤ ਅਨੁਸਾਰ ਕਿ ਜੇ ਤੁਹਾਡੇ ਜੀਵਨ 'ਚ ਕਦੀ ਦੁੱਖ ਆਉਂਦਾ, ਕਿਸੇ ਨੂੰ ਦੋਸ਼ ਨਾ ਦਿਓ, ਤੁਹਾਡੇ ਕਰਮ ਦਾ ਦੋਸ਼ ਆ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਉੱਥੇ ਲੋਕ ਰੋਂਦੇ ਆਉਂਦੇ ਹੁੰਦੇ ਸੀ, ਕਾਹਦੇ ਵਾਸਤੇ? ਆਪਣੇ ਬੱਚਿਆਂ ਤੋਂ ਤੰਗ ਹੋਏ ਵੇ। ਕਿਉਂਕਿ ਸੰਸਾਰ ਦੀ ਹਾਲਤ ਇਹੋ ਜਿਹੀ ਆ, ਸਾਰਿਆਂ ਨੂੰ ਪਿਆਰੀ ਦਾਤ ਆਪਣੀ ਔਲਾਦ, ਜਦੋਂ ਅਸੀਂ ਸਾਡੇ ਕਹਿਣੇ ਤੋਂ ਬਾਹਰ ਹੋ ਜਾਂਦੀ ਆ, ਮਾਂ ਬਾਪ ਤੜਫਦਾ, ਫਿਰ ਬਹੁਤ ਤੜਫਦਾ, ਤੜਫੀ ਜਾਂਦਾ ਵਿਚਾਰਾ, ਪਰ ਕੋਈ ਇਲਾਜ ਨਹੀਂ। ਆਕੀ ਹੋ ਗਏ ਹੁਕਮ ਤੋਂ, ਦੁਖੀ ਹੋਏ ਵੇ ਮਾਂ ਬਾਪ ਕਈ ਵਾਰੀ ਆਪਣੇ ਬੱਚਿਆਂ ਨੂੰ ਬੇਦਖਲ ਵੀ ਕਰ ਦਿੰਦੇ ਆ ਵੀ ਤੂੰ ਸਾਡਾ ਬੱਚਾ ਹੀ ਨਹੀਂ ਹੈ। ਤੇ ਬੱਚੇ ਕਿਹੜਾ ਗੋ ਘਾਟਾ, ਉਹ ਕਹਿੰਦੇ ਤੁਸੀਂ ਸਾਡੇ ਮਾਂ ਪਿਓ ਹੀ ਨਹੀਂ ਹੈ। ਸੱਚ ਬੋਲਦੇ ਆ ਆਪਾਂ, ਪਰ ਗੁਰਬਾਣੀ ਦੁਆਰਾ ਸਮਝਣ ਦੀ ਲੋੜ ਆ ਸੱਚ ਕਿਵੇਂ ਸਾਬਤ ਹੋਇਆ। ਫਿਰ ਉਹਨਾਂ ਨੇ ਸਮਝਾਇਆ ਆਪਾਂ ਨੂੰ ਗੁਰਬਾਣੀ ਦੁਆਰਾ ਕਿ ਜੋ ਵੀ ਤੁਹਾਡੇ ਆ ਪਰਿਵਾਰ ਦੇ ਬਣਦੇ ਆ ਨਾ ਰਿਸ਼ਤੇ ਨਾਤੇ, ਤੁਹਾਡਾ ਪੂਰਬਲੇ ਜਨਮਾਂ ਦਾ ਸੰਬੰਧ ਦੱਸ ਰਹੀ ਹੈ ਗੁਰਬਾਣੀ। ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਜੇ ਉਹਨਾਂ ਨੇ ਸਮਝਾਉਣਾ ਭਾਈ ਤੁਹਾਨੂੰ ਤੁਹਾਡੇ ਬੱਚੇ ਤੰਗ ਕਰਦੇ ਆ, ਫਿਰ ਇਹਨਾਂ ਨੂੰ ਆਪਦੇ ਨਾ ਸਮਝੋ ਤੁਸੀਂ। ਮਨਮੁਖ ਜਾਣੇ ਆਪਣੇ, ਧੀਆਂ ਪੂਤ ਸੰਜੋਗ। ਕਹਿੰਦੇ ਤੁਸੀਂ ਆਪਦੇ ਸਮਝੀ ਬੈਠੋ, ਇਹ ਤਾਂ ਤੁਹਾਡੇ ਸੰਜੋਗੀ ਆ। ਕੋਈ ਤੁਹਾਨੂੰ ਦੁੱਖ ਦੇਈ ਜਾਂਦਾ, ਕੋਈ ਤੁਹਾਨੂੰ ਸੁੱਖ ਦੇਈ ਜਾਂਦਾ। ਜਿਹੜਾ ਸੁੱਖ ਦਿੰਦਾ ਉਹਨੂੰ ਤੁਸੀਂ ਸੁੱਖ ਦਿੱਤਾ ਹੋਊਗਾ, ਜਿਹੜਾ ਦੁੱਖ ਦਿੰਦਾ ਉਹਨੂੰ ਤੁਸੀਂ ਕਿਤੇ ਦੁੱਖ ਦਿੱਤਾ ਹੋਊ। ਫੇਰ ਸਾਡੇ ਮਨ ਨੂੰ ਉੱਥੋਂ ਲੋਕਾਂ ਨੂੰ ਇੱਕ ਆਸਰਾ ਮਿਲਦਾ ਗੁਰਬਾਣੀ ਦੁਆਰਾ, ਪ੍ਰੈਕਟੀਕਲ ਜਿਹਨੂੰ ਆਪਾਂ ਕਹਿੰਦੇ ਆ। ਤੇ ਜਿੰਨਾ ਚਿਰ ਪ੍ਰੈਕਟੀਕਲ 'ਚ ਨਹੀਂ ਆਉਂਦੇ, ਜਿੰਨਾ ਮਰਜ਼ੀ ਯਤਨ ਕਰ ਲਓ, ਕੁਝ ਹੱਥ ਪੱਲੇ ਆਉਣ ਵਾਲਾ ਨਹੀਂ। ਕਿਉਂਕਿ ਗੁਰਬਾਣੀ ਨੇ ਫੈਸਲਾ ਦਿੱਤਾ, ਕਿਆ ਪੜ੍ਹੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹੁਣ ਕਈ ਗੁਰਮੁਖਾਂ ਦੀ ਇਹੋ ਜਿਹੀ ਬਣੀ ਹੋਈ ਆ ਮਨ ਦੀ ਅਵਸਥਾ, ਬਾਣੀ ਵੀ ਬਹੁਤ ਪੜ੍ਹਦੇ ਆ, ਪਰ ਜਦੋਂ ਬੋਲਦੇ ਆ ਅੱਗ ਹੀ ਮਾਰਦੇ ਇੱਥੋਂ, ਅੱਗ। ਕਿਉਂਕਿ ਕਾਲ ਨੇ ਬੜੀ ਵਧੀਆ ਖੇਡ ਖੇਡੀ ਹੋਈ ਹੈ ਇੱਕ, ਉਹਨੇ ਸਾਡੇ ਮੁਖ ਦੇ ਅੰਦਰ ਅੱਗ ਰੱਖੀ ਹੋਈ ਆ। ਇਹ ਉਹਨਾਂ ਸਮਝ ਲਿਓ ਵੀ ਸੱਚੀ ਮਿੱਚੀ ਦੀ ਅੱਗ ਆ, ਵੀ ਫਿਰ ਤਾਂ ਮੂੰਹ ਮੱਚ ਜੂ। ਅੱਗ ਕਿੱਥੇ ਰੱਖਤੀ? ਸਾਡੇ ਸ਼ਬਦਾਂ 'ਚ ਅੱਗ। ਅਸੀਂ ਇੱਥੋਂ ਇੱਕ ਮੰਦਾ ਬਚਨ ਕਿਸੇ ਨੂੰ ਬੋਲਿਆ, ਉਹ ਦੂਸਰੇ ਦੇ ਅੰਦਰ ਗਿਆ, ਉਹਦੇ ਅੰਦਰ ਅੱਗ ਲੱਗੀ, ਉਹਨੇ ਸਾਨੂੰ ਬੋਲਣਾ ਸ਼ੁਰੂ ਕਰਤਾ। ਜਿੱਥੋਂ ਸਾਡੀ ਲੜਾਈ ਦੀ ਸ਼ੁਰੂਆਤ ਹੋ ਜਾਂਦੀ ਹੈ। ਫਿਰ ਕਿਉਂ ਆਪਾਂ ਸਿਮਰਨ ਕਰਨਾ? ਮੁੱਖ 'ਚੋਂ ਜਦੋਂ ਕਹਾਂਗੇ ਵਾਹ ਗੁਰੂ, ਫਿਰ ਅੱਗ ਨਹੀਂ, ਇੱਥੋਂ ਅੰਮ੍ਰਿਤ ਬਾਣੀ ਚੱਲੂਗੀ, ਮਿੱਠਾ ਬੋਲਾਂਗੇ ਅਸੀਂ। ਕਿਉਂਕਿ ਸਾਡਾ ਜਿਹੜਾ ਮਾਲਕ ਆ ਉਹ ਮਿੱਠਾ ਬੋਲਦਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ
ਮੋਰਾ। ਮਿੱਠਾ ਤਾਂ ਬੋਲਾਂਗੇ ਜੇ ਅੱਗ ਬੁਝੂਗੀ, ਤੇ ਜਦੋਂ ਮਿੱਠਾ ਬੋਲਣਾ ਸ਼ੁਰੂ ਕੀਤਾ ਸਾਡਾ ਕਲੇਸ਼ ਖਤਮ ਹੋਣਾ ਸ਼ੁਰੂ ਹੋ ਜਾਊਗਾ। ਆਪਾਂ ਪਰਿਵਾਰਾਂ ਵਾਲੇ ਬੈਠੇ ਆ, ਲੜਾਈ ਕਿੱਥੋਂ ਸ਼ੁਰੂ ਹੁੰਦੀ ਆ? ਬੋਲੀ ਤੋਂ ਸ਼ੁਰੂ ਹੁੰਦੀ ਆ ਨਾ। ਜਦੋਂ ਇੱਕ ਪਰਿਵਾਰ ਦਾ ਮੈਂਬਰ ਕਹਿੰਦੇ ਕਿ ਜਿਹੜੀ ਗੱਲ ਮੈਂ ਕਹਿੰਦਾ ਉਹੀ ਠੀਕ ਆ, ਭਾਵੇਂ ਗਲਤੀ ਹੋਵੇ, ਇੱਥੋਂ ਲੜਾਈ ਸ਼ੁਰੂ ਹੋ ਜਾਂਦੀ ਆ। ਸਾਡੇ ਵਸਦੇ ਰਸਦੇ ਪਰਿਵਾਰ, ਇੱਕ ਸਮਾਂ ਹੁੰਦਾ ਸੀ ਆਪਦੇ ਪਰਿਵਾਰ ਲਈ ਜਾਨ ਦੇਣ ਨੂੰ ਤਿਆਰ ਆ, ਇੱਕ ਸਮਾਂ ਇਹੋ ਜਿਹਾ ਬਣ ਗਿਆ ਪਰਿਵਾਰ ਦੀ ਜਾਨ ਲੈਣ ਨੂੰ ਤਿਆਰ ਆ। ਸੀ ਸਮਝ ਨਹੀਂ ਲੱਗਦੀ, ਪਰ ਹੁੰਦਾ ਕੀ ਆ। ਫਿਰ ਉਹਨਾਂ ਗੁਰਬਾਣੀ ਦੁਆਰਾ ਸਮਝਾਇਆ ਕਿ ਸੰਸਾਰ ਨਹੀਂ ਲੜਦਾ, ਇਹਨੂੰ ਤਾਂ ਕੋਈ ਹੋਰ ਹੀ ਲੜਾਈ ਜਾਂਦਾ। ਲੜਾਉਂਦਾ ਕੌਣ ਆ? ਮਹਾਰਾਜ ਕਹਿੰਦੇ ਕਲ ਯੁਗ ਮੇ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਧਾਏ। ਲੋਕਾਂ ਦੇ ਮਨਾਂ 'ਚ ਇਹਨਾਂ ਪੰਜਾਂ ਦਾ ਵਾਧਾ ਹੋ ਗਿਆ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਤੇ ਇਹੀ ਝਗੜੇ ਦਾ ਕਾਰਨ ਆ। ਕਹੋ ਕਬੀਰ ਪੰਚੋਂ ਕਾ ਝਗੜਾ, ਝਗਰਤ ਜਨਮ ਗਵਾਇਆ। ਅੱਜ ਜਦੋਂ ਆਪਾਂ ਸੰਸਾਰ ਦੀ ਹਾਲਤ ਵੇਖਦੇ ਆ, ਜਿਹੜੇ ਬੁੱਧੀਮਾਨ ਲੋਕ ਆ ਉਹ ਚਿੰਤਾ ਕਰਦੇ ਆ ਵੀ ਸੰਸਾਰ ਦਾ ਬਣੂ ਕੀ, ਕਿਉਂ ਜਲ ਰਿਹਾ ਸੰਸਾਰ, ਆਪਾਂ ਨੂੰ ਨਹੀਂ ਭੇਦ ਲੱਗਣਾ। ਇਸੇ ਕਰਕੇ ਮਹਾਰਾਜ ਹੁਕਮ ਕਰ ਰਹੇ ਆ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਫਿਰ ਗੁਰੂ ਦੱਸਦਾ ਕਿ ਕਿਉਂ ਦੁਖੀ ਆ। ਮਹਾਰਾਜ ਕਹਿੰਦੇ ਦੁਰਮਤ ਅਗਨ ਜਗਤ ਪਰਜਾਰੈ, ਕਹਿੰਦੇ ਦੁਰਮਤ ਦੀ ਅਗਨ ਨੇ ਸਾਰੇ ਸੰਸਾਰ ਨੂੰ ਜਾਲਤਾ। ਬਚੂ ਕੌਣ? ਸੋ ਉਭਰੈ ਜੋ ਗੁਰ ਸ਼ਬਦ ਵਿਚਾਰੈ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ ਫੇਰ ਅਸੀਂ ਦੁਰਮਤ ਦੀ ਅਗਨ ਤੋਂ ਦੂਰ ਹੋ ਸਕਦੇ ਹਾਂ। ਇਸੇ ਕਰਕੇ ਗੁਰਬਾਣੀ ਚ ਮਹਾਰਾਜ ਸਮਝਾ ਰਹੇ ਹਨ, ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਵਾਸ਼ੈ, ਜਿਨ ਹਰ ਨਾਮ ਹਿਰਦੈ ਪਰੋਈ। ਫਿਰ ਉਹਨਾਂ ਨੇ ਜ਼ੋਰ ਦਿੱਤਾ ਕਿ ਸੰਗਤ ਕਰਿਆ ਕਰੋ। ਸੰਗਤ ਵੀ ਕਿੱਥੇ ਕਰੋ? ਜਿਹੜੀ ਗੁਰਬਾਣੀ ਚ ਪ੍ਰਵਾਨ ਦੱਸੀ ਗਈ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਜਿੱਥੇ ਕੇਵਲ ਤੋਂ ਕੇਵਲ ਪਰਮਾਤਮਾ ਦੀ ਤੇ ਉਹਦੇ ਨਾਮ ਦੀ ਵਡਿਆਈ ਹੁੰਦੀ ਹੋਵੇ। ਜਦੋਂ ਤੁਸੀਂ ਪਰਮਾਤਮਾ ਦੀ ਵਡਿਆਈ ਸੁਣੋਗੇ ਤੁਹਾਡੇ ਮਨ ਨੂੰ ਸ਼ਾਂਤੀ ਆਊਗੀ। ਜਦੋਂ ਉਹਦਾ ਨਾਮ ਜਪੋਗੇ, ਉਹਦੇ ਗੁਣ ਗਾਵੋਗੇ। ਇੱਕ ਤਾਂ ਗੁਣ ਗਾਉਂਦੇ ਆਪਾਂ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਕਈ ਵਾਰੀ ਸਾਡੇ ਮਨ ਦੀ ਹਾਲਤ ਕੀ ਹੁੰਦੀ ਹੈ, ਅਸੀਂ ਟੀਵੀ ਸੀਰੀਅਲ ਦੇਖਦੇ ਹੁੰਦੇ ਆ, 5 ਮਿੰਟ ਦੀ ਬ੍ਰੇਕ ਆਈ, ਭੱਜ ਕੇ ਵੀ ਰਹਿ ਰਸ ਦਾ ਪਾਠ ਕਰਾਈਏ, ਉਧਰੋਂ ਨਾ ਕੋਈ ਸ਼ਬਦ ਰਹਿ ਜੇ ਸਾਡਾ। ਉਹ ਕਿੱਥੇ ਕਿਹਾ? ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਗਾਓ ਗੁਣ, ਸਾਚ ਕਹੂੰ ਸੁਨ ਲਿਹੋ ਸਭੈ, ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਪ੍ਰਮਾਤਮਾ ਦੇ ਪਿਆਰ ਚ ਭਿੱਜ ਕੇ ਉਹਦੇ ਗੁਣ ਗਾਵਾਂਗੇ ਫਿਰ ਮਨ ਨੂੰ ਸ਼ਾਂਤੀ ਹੋਊਗੀ, ਕਿਉਂਕਿ ਗੁਣ ਗਾਵਤ ਮਨ ਹਰਿਆ ਹੋਵੇ। ਜਦੋਂ ਪ੍ਰਮਾਤਮਾ ਦੇ ਗੁਣ ਗਾਉਂਦੇ ਆ ਫਿਰ ਸਾਡਾ ਮਨ ਹਰਿਆ ਹੁੰਦਾ। ਕਥਾ ਸੁਨਤ ਮਲ ਸਗਲੀ ਖੋਵੈ। ਇਹ ਆਪਾਂ ਮਨ ਦੀ ਮੈਲ ਉਤਾਰਨ ਦਾ ਯਤਨ ਕਰਨਾ। ਇੱਥੇ ਆਉਣ ਦਾ ਫਾਇਦਾ ਕੀ ਆ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਮਾਫ ਕਰਨਾ, ਜੇ ਅਸੀਂ ਗੁਰੂ ਕੋਲੇ ਵੀ ਆਈ ਗਏ, ਬਾਣੀ ਵੀ ਪੜ੍ਹੀ ਗਏ, ਸੰਗਤ ਵੀ ਕਰੀ ਗਏ, ਸਾਡੇ ਜੀਵਨ ਚ ਕੋਈ ਤਬਦੀਲੀ ਨਹੀਂ ਆਈ, ਫਿਰ ਕਾਰਨ ਕੀ ਹੈ? ਕਾਰਨ ਉਹੀ, ਧਾਵੋ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਣੇ, ਪੰਚ ਸਤਾਵੇ ਦੂਤ ਕਵਨ ਵਿਦ ਮਾਰਨੇ। ਫਿਰ ਸਾਨੂੰ ਇੱਥੇ ਦੱਸਿਆ ਉਹਨਾਂ ਤੋਂ ਬਚਣ ਦਾ ਤਰੀਕਾ। ਮਹਾਰਾਜ ਕਹਿੰਦੇ ਇਹਨਾਂ ਨਾਲ ਲੜਾਈ ਕਰਿਆ ਕਰੋ। ਖਾਲਸਾ ਸੋਏ ਜੋ ਕਰੇ ਨਿਤ ਜੰਗ। ਲੜਾਈ ਇਹਨਾਂ ਪੰਜਾਂ ਨਾਲ ਕੀ ਕਰਨੀ ਆ? ਤੀਖਣ ਬਾਣ ਚਲਾਏ, ਨਾਮ ਪ੍ਰਭ ਧਿਆਈਐ, ਹਰ ਹਾਂ ਮਹਾ ਬਖਾਦੀ ਘਾਤ ਪੂਰਨ ਗੁਰ ਪਾਈਐ। ਫਿਰ ਜਦੋਂ ਆਪਾਂ ਨਾਮ ਧਿਆ ਕੇ ਇਹਨਾਂ ਦੇ ਤੀਰ ਮਾਰਾਂਗੇ ਨਾ, ਆਪਣੇ ਵਿਚਾਰ ਰੋਕਾਂਗੇ, ਹੌਲੀ ਹੌਲੀ ਆਪਣੇ ਮਨ ਨੂੰ ਸਹਿਜ ਮਿਲਣਾ ਸ਼ੁਰੂ ਹੋ ਜਾਊਗਾ, ਸੁੱਖ ਮਿਲਣਾ ਸ਼ੁਰੂ ਹੋ ਜਾਊਗਾ। ਸਮਾਂ ਦੌੜਿਆ ਜਾਂਦਾ, ਆਓ ਫਿਰ 5 ਮਿੰਟ ਆਪਾਂ ਇਹਨਾਂ ਦੇ ਤਿੱਖੇ ਤਿੱਖੇ ਤੀਰ ਮਾਰ ਲਈਏ, ਕਿਉਂਕਿ ਸਿੱਖ ਲਈਏ ਲੜਾਈ ਕਰਨੀ ਕਿਵੇਂ। ਆਹ ਲੜਾਈ ਤਾਂ ਆਪਾਂ ਜਾਣਦੇ ਆ ਨਾ, ਇੱਥੇ ਹੁਣ ਬਾਹਰ ਲੜ ਪੈਂਦੇ ਆ, ਸਿਖਾਉਣ ਦੀ ਲੋੜ ਨਹੀਂ ਹੈ। ਆਪਾਂ ਨੂੰ ਇੱਕ ਦੂਜੇ ਦੇ ਸਰੀਰ ਦਿੰਦੇ ਆ, ਮਾਰਾਂਗੇ ਜੋ ਹੱਥ ਚ ਆਊਗਾ। ਇਹਨਾਂ ਪੰਜਾਂ ਨਾਲ ਲੜਾਈ ਕਿਵੇਂ ਕਰਨੀ ਆ ਜਿਹੜੇ ਲੜਾਉਂਦੇ ਆ? ਉਹ ਫਿਰ ਸਾਨੂੰ ਸਮਝਾਇਆ ਕਿ ਇਹਨਾਂ ਨੇ ਤੁਹਾਡੇ ਵਿਚਾਰ ਬਣਾਉਣੇ ਆ, ਤੇ ਤੁਸੀਂ ਵਿਚਾਰ ਰੋਕਣ ਦੇ ਲਈ ਸ਼ਬਦ ਦਾ ਸਹਾਰਾ ਲੈਣਾ। ਜਿਉਂ ਮੰਦਰ ਕੋ ਥੰਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ।
ਘਾਤ ਲਾ ਕੇ ਹਮਲਾ ਕਰਨਾ ਇਹਨਾਂ ਤੇ। ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਆਜੋ ਫਿਰ ਸਿੱਖ ਲਈਏ ਜਿਹਨੂੰ ਨਹੀਂ ਪਤਾ, ਕਿਉਂਕਿ ਸਾਨੂੰ ਸਿਖਾਇਆ ਉਹਨਾਂ ਨੇ। ਫਿਰ ਜਦੋਂ ਇਸ ਗੁਰੂ ਦੀ ਵਿਧੀ ਦੁਆਰਾ ਇਹਨਾਂ ਪੰਜਾਂ ਨਾਲ ਲੜਾਈ ਕੀਤੀ ਨਾ, ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋਇਆ। ਸਾਰਾ ਨਹੀਂ ਹੋਇਆ ਹਲੇ, ਹੋ ਸਕਦਾ ਕੱਲ ਨੂੰ ਹਮਲਾ ਕਰ ਜੇ ਕੋਈ, ਐਵੇਂ ਭੁਲੇਖਾ ਦਈਏ ਸਾਨੂੰ। ਥੋੜਾ ਥੋੜਾ ਬਚਾਅ ਹੋਣਾ ਸ਼ੁਰੂ ਹੋਇਆ। ਜਦੋਂ ਬਚਾਅ ਹੋਇਆ ਫੇਰ ਗੁਰੂ ਨਾਲ ਪਿਆਰ ਪੈਦਾ ਹੋਇਆ। ਹੁਣ ਵੀ ਬਾਣੀ ਪੜ੍ਹਦੇ ਆ, ਹੁਣ ਘੰਟੇ 'ਚ 2 ਕੰਗੀ ਪੜ੍ਹੇ ਜਾਂਦੇ ਆ, ਕਿਉਂ ਸਮਝ ਆਉਣ ਲੱਗ ਗਈ ਫਿਰ ਕਿੱਥੋਂ ਕੀ ਕਹਿ ਰਹੀ ਆ ਗੁਰਬਾਣੀ। ਕਿਉਂ ਮਨ ਜਾ ਕੇ ਪੜ੍ਹਨੀ ਸ਼ੁਰੂ ਕਰਤੀ। ਪਹਿਲਾਂ ਕਿਸੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ। ਪਹਿਲਾਂ ਇਹ ਹੁੰਦਾ ਸੀ ਆ ਬਾਣੀ ਦੇ 25 ਪਾਠ ਕਰਦੇ ਆ, ਗੱਡੀ ਲੈ ਲਈਏ, ਆਪਾਂ 40 ਦਿਨ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ, ਆਹ ਚੀਜ਼ ਮਿਲ ਜੇ। ਪਹਿਲਾਂ ਇੱਥੇ ਖੜੀ ਸੀ ਗੱਲ ਕਿ ਸੁੱਤਾ ਪਿਆ ਸੀ ਮਨ। ਹੁਣ ਜਾਗਤ ਅਵਸਥਾ 'ਚ ਆਇਆ ਮਨ, ਪਤਾ ਲੱਗਿਆ ਕਿ ਇਹ ਚੀਜ਼ਾਂ ਤਾਂ ਮਗਰ ਮਗਰ ਦੌੜੀਆਂ ਫਿਰਨਗੀਆਂ। ਇੱਕ ਹੋਰ ਬੇਨਤੀ, ਅੱਜ ਕੱਲ੍ਹ ਨਾ ਇੱਕ ਰਿਵਾਜ ਜਿਹਾ ਚੱਲਿਆ ਸੰਸਾਰ 'ਚ, ਕਈ ਇਹੋ ਜਿਹੇ ਅਗਿਆਨੀ ਟੀਚਰ ਮਿਲਦੇ ਆ, ਉਹ ਕਹਿੰਦੇ ਜੀ ਤੁਸੀਂ 40 ਦਿਨ ਆਹ ਪਾਠ ਕਰ ਲਿਆ ਕਰੋ, ਤੁਸੀਂ ਆਹ ਚੀਜ਼ ਲੈ ਲਓਗੇ। ਜਾਂ ਕਈ ਵਾਰੀ ਸਾਡੇ ਮਨ 'ਚ ਫੁਰਨੇ ਬਣਦੇ ਆ ਵੀ ਸਾਨੂੰ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜੇ, ਅਸੀਂ ਮੌਜ ਕਰੀਏ ਸੰਸਾਰ 'ਚ। ਸਿੱਖਾਂ ਨੂੰ ਨਹੀਂ ਇਹ ਕੁਝ ਕਰਨ ਦੀ ਲੋੜ, ਬਿਲਕੁਲ ਨਹੀਂ ਲੋੜ। ਜੇ ਰਿਧੀਆਂ ਸਿੱਧੀਆਂ ਦੀ ਵੀ ਲੋੜ ਆ ਤਾਂ ਬੜਾ ਸੌਖਾ ਤਰੀਕਾ ਦੱਸਦਾ ਮਹਾਰਾਜ। ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਕਿਹਦੇ ਜੋ ਹਰ ਹਿਰਦੇ ਸਦਾ ਵਸਾਏ। ਕਹਿੰਦੇ ਤੁਸੀਂ ਆਪਣੇ ਹਿਰਦੇ 'ਚ ਪ੍ਰਮਾਤਮਾ ਨੂੰ ਵਸਾ ਲਓ, ਰਿਧੀਆਂ ਸਿੱਧੀਆਂ ਤੁਹਾਡੇ ਪਿੱਛੇ ਪਿੱਛੇ ਭੱਜੀਆਂ ਫਿਰਨਗੀਆਂ। ਹੁਣ ਹਿਰਦੇ 'ਚ ਕਿਵੇਂ ਵਸੂ? ਅਸੀਂ ਤਾਂ ਅੰਦਰ ਹੀ ਨਹੀਂ ਲੈ ਕੇ ਜਾਂਦੇ, ਧਿਆਨ ਅੰਦਰ ਹੀ ਨਹੀਂ ਜਾਂਦਾ। ਫਿਰ ਸਾਨੂੰ ਗੁਰਬਾਣੀ ਸਮਝਾਇਆ ਕਿ ਸਵਾਸਾਂ ਦਾ ਸਹਾਰਾ ਲੈ ਕੇ ਪਹਿਲਾਂ ਆਪਣੇ ਮਨ ਨੂੰ ਇਹ ਸਰੀਰ ਦੇ ਅੰਦਰ ਲਿਜਾਣਾ ਸਿੱਖੋ, ਨਾਮ ਨੂੰ ਪਰਮਾਤਮਾ ਦੇ ਨੂੰ ਅੰਦਰ ਵਸਾਉਣਾ ਸਿੱਖੋ। ਜਦੋਂ ਨਾਮ ਜਪੋਗੇ ਸਾਸ ਗਰਾਸ ਸਵਾਸ ਅੰਦਰ ਨੂੰ ਜਾਂਦਾ, ਇਹਦੇ 'ਚ ਧਿਆਨ ਮਿਲਾ ਕੇ ਅੰਦਰ ਲਿਜਾਓ, ਬੋਲੋ ਵਾਹੇ ਔਰ ਕੰਨਾਂ ਦੁਆਰਾ ਸੁਣੋ। ਜਦੋਂ ਸਵਾਸ ਬਾਹਰ ਨੂੰ ਜਾਂਦਾ ਉਦੋਂ ਬੋਲੋ ਗੁਰੂ, ਕੰਨਾਂ ਦੁਆਰਾ ਸੁਣੋ। ਕਿਉਂਕਿ ਆਕਾਰ ਦੀ ਪੂਜਾ ਦੀ ਮਨਾਹੀ ਆ ਗੁਰਮਤਿ 'ਚ ਆਪਾਂ ਨੂੰ। ਆਪਾਂ ਨਿਰੰਕਾਰ ਦੇ ਪਾਸ਼ਕਾਂ। ਮਨ ਨੂੰ ਟਿਕਾਓ 'ਚ ਲਿਆਉਣ ਦੇ ਲਈ ਇਸ ਆਵਾਜ਼ ਦਾ ਸਹਾਰਾ ਲੈਣਾ ਆਪਾਂ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਜਦੋਂ ਧਿਆਨ ਲਾ ਕੇ ਸਿਮਰਨ ਕਰਾਂਗੇ ਫੇਰ ਆਪਾਂ ਜਾਗਾਂਗੇ ਤੇ ਇੱਕ ਆਪਾਂ ਨੂੰ ਰਸ ਦੀ ਪ੍ਰਾਪਤੀ ਹੋਊਗੀ। ਉਦੋਂ ਬਾਅਦ ਫਿਰ ਅਕਥ ਦੀ ਕਹਾਣੀ ਦਾ ਭੇਦ ਆਉਣਾ ਸ਼ੁਰੂ ਹੋਊਗਾ। ਕੀਰਤਨ ਸੋਹਲੇ ਦੀ ਬਾਣੀ 'ਚ ਹਰ ਰੋਜ਼ ਪੜ੍ਹਦੇ ਆ, ਜਿਸੇ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤੈਨ ਜਾਨੀ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਨ ਸੁਣ ਮਾਨੜੀ ਅਕਥ ਕਹਾਣੀ ਰਾਮ। ਅਕਥ ਕਹਾਣੀ ਪਦ ਨਿਰਵਾਣੀ, ਕੋਈ ਬਿਰਲਾ ਗੁਰਮੁਖ ਬੁੱਝੈ। ਉਹ ਆਪ ਗਵਾਏ ਸ਼ਬਦ ਸਮਾਏ, ਧਰ ਭਵਨ ਸੋਝੀ ਸੂਝੈ। ਪਹਿਲਾਂ ਸਵਾਲ ਹੀ ਸ਼ੁਰੂ ਕਰਤਾ ਵੀ ਆਪਦੇ ਮਨ ਨੂੰ ਜਗਾ ਲਓ। ਜਗੂਆ ਕਿਵੇਂ? ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਕਈ ਲੋਕ ਅੱਜ ਕਹਿੰਦੇ ਜੀ ਨਾਮ ਜਪਣ ਦੀ ਲੋੜ ਨਹੀਂ ਹੈ। ਇੱਕ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ, ਆ ਮੇਰੇ ਵਾਲੀ ਜਗ੍ਹਾ ਤੇ ਬੈਠ ਕੇ ਨਾ ਕੋਈ ਬੰਦਾ ਇਹ ਕਹੇ ਬਈ ਜੀ ਵਾਹਿਗੁਰੂ ਵਾਹਿਗੁਰੂ ਨਾ ਕਰਿਆ ਕਰੋ, ਤੁਸੀਂ ਪੁੱਛਿਓ ਉੱਠ ਕੇ ਉਹਨੂੰ। ਥੋੜੇ ਜੇ ਆਪਾਂ ਜਾਗਣਾ, ਤੁਸੀਂ ਉੱਠ ਕੇ ਪੁੱਛਿਓ ਉਹਨੂੰ ਕਿ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜੇ ਸੁਖੀ ਹੋਣਾ ਸਿਮਰਨ ਕਰੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਅਸੀਂ ਤਾਂ ਸਿਮਰਦੇ ਆ। ਹੁਣ ਭਾਈ ਤੂੰ ਦੱਸ ਸਿਮਰਨਾ ਕਾਹਤੋਂ ਨਹੀਂ? ਜਦੋਂ ਪੁੱਛੋਗੇ ਉਹਦੇ ਕੋਲੇ ਕੋਈ ਜਵਾਬ ਨਹੀਂ ਹੋਊਗਾ। ਫਿਰ ਕਾਹਦੇ ਵਾਸਤੇ ਆ? ਆਪਾਂ ਸੁਖੀ ਹੋਣ ਵਾਸਤੇ ਆਏ ਆ ਨਾ। ਗੁਰੂ ਆਪਾਂ ਨੂੰ ਸਮਝਾ ਰਿਹਾ ਵੀ ਜੇ ਤੁਸੀਂ ਪ੍ਰਮਾਤਮਾ ਦਾ ਨਾਮ ਜਪੋਗੇ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ ਜਿਨ ਨਾਮ ਧਿਆਇਆ ਤਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਹੁਣ ਜੇ ਕੋਈ ਇਸੇ ਸਟੇਜ ਤੋਂ ਬਹਿ ਕੇ ਆਖੇ ਵੀ ਨਾਮ ਜਪਣ ਦੀ ਲੋੜ ਨਹੀਂ, ਪੁੱਛ ਲਿਓ ਤੁਸੀਂ। ਥੋੜੇ ਜਿਹੇ ਤਕੜੇ ਰਿਹਾ ਕਰੀਏ ਆਪਾਂ ਬਈ ਭਾਈ ਅਸੀਂ ਤਾਂ ਸੁਖੀ ਹੋਣ ਵਾਸਤੇ ਸਿਮਰਦੇ ਆ, ਤੂੰ ਹੁਣ ਦੱਸ ਸਿਮਰਨਾ ਕਾਹਤੋਂ? ਇਹਦਾ ਨੁਕਸਾਨ ਦੱਸ ਸਾਨੂੰ ਕੀ ਹੈ? ਕੋਈ ਜਵਾਬ ਨਹੀਂ ਹੋਊਗਾ ਉਹਦੇ ਕੋਲੇ।
ਆਪਾਂ ਕਿਸੇ ਇਨਸਾਨ ਦੀ ਨਹੀਂ ਮੰਨਣੀ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੁਕਮ ਮੰਨਣਾ। ਗੁਰਬਾਣੀ ਬਾਰ-ਬਾਰ ਫਿਰ ਸਾਨੂੰ ਇਹੀ ਗੱਲ ਕਹਿੰਦੀ ਆ, ਸਿਮਰੋ, ਧਿਆਓ, ਤੇ ਧਿਆਉਣਾ ਕੀ ਆ? ਸੁਚੇਤ ਰਹਿਣਾ। ਇੱਥੇ ਵੀ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜੇ ਗੁਰੂ ਦਾ ਮੰਤਰ ਦ੍ਰਿੜਾਉਂਗੇ, ਆਹ ਕਾਲੇ ਨੀਲੇ ਜਿਹੜੇ ਹਰੇ ਇਲਮ ਵਾਲੇ, ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਆਪਾਂ ਨੂੰ। ਉਹੀ ਡਰੀ ਜਾਂਦੇ ਆ ਲੋਕ, ਉਹਦੇ ਕੋਲੇ ਕਾਲਾ ਇਲਮ ਆ ਜੀ। ਕੀ ਕਰ ਦੂ ਕਾਲਾ ਇਲਮ? ਕਰਦਾ ਕਿੰਨਾਂ ਨੂੰ ਆ? ਜਿਨ੍ਹਾਂ ਤੇ ਗੁਰੂ ਦੀ ਕਿਰਪਾ ਨਹੀਂ, ਨਾਮ ਹੀ ਨਹੀਂ ਜਪਦੇ। ਮੰਤਰਹੀਣ ਸਜੋ ਪ੍ਰਾਣੀ, ਧ੍ਰਿਗ ਜਨਮ ਭ੍ਰਿਸ਼ਟ ਨੇ। ਤਰਗਾਰ ਕਹਿਤਾ ਉਹਨਾਂ ਦੇ ਜਨਮ ਨੂੰ। ਇਸ ਕਰਕੇ ਗੁਰਮੁਖੋ ਆਪਾਂ ਲਾਹਾ ਲੈਣਾ। ਆਓ ਫਿਰ ਆਪਾਂ 5 ਮਿੰਟ ਹੁਣ ਗੁਰਮੰਤਰ ਦਾ ਅਭਿਆਸ ਕਰ ਲਈਏ। ਵਿਧੀ ਸਰਵਣ ਕਰ ਲਓ। ਜਦੋਂ ਸਿਮਰਨ ਕਰਨਾ ਉਦੋਂ ਸਰੀਰ ਨੂੰ ਰਿਲੈਕਸ ਕਰਕੇ ਬੈਠੋ। ਨੇਤਰ ਆਪਣੇ ਬੰਦ ਕਰ ਲੈਣੇ ਆ। ਆਪਣੇ ਆ ਖਿਲਰੇ ਹੋਏ ਧਿਆਨ ਨੂੰ ਇਕੱਤਰ ਕਰਨ ਲਈ ਸਵਾਸਾਂ ਦਾ ਸਹਾਰਾ ਦੇਣਾ। ਸਵਾਸ ਅੰਦਰ ਨੂੰ ਜਾਏ, ਇਹਦੇ ਚ ਮਿਲ ਕੇ ਬੋਲਣਾ ਵਾਹੇ, ਔਰ ਕੰਨਾਂ ਦੁਆਰਾ ਸੁਣਨਾ। ਥੋੜਾ ਜਿਹਾ ਰੁਕਣਾ। ਫਿਰ ਜਦੋਂ ਸਵਾਸ ਬਾਹਰ ਆਏ ਉਦੋਂ ਬੋਲਣਾ ਗੁਰੂ। 2 ਵਾਰ ਅਸੀਂ ਪਹਿਲਾਂ ਇਕੱਲੇ ਬੋਲ ਲੈਂਦੇ ਹਾਂ। ਜਿਹੜੀ ਨਵੀਂ ਸੰਗਤ ਆ ਧਿਆਨ ਨਾਲ ਸਰਵਣ ਕਰ ਲਿਓ। ਫਿਰ ਬੇਨਤੀ ਕਰਾਂਗੇ, ਆਪਾਂ ਸਾਰੇ 5 ਮਿੰਟ ਸਿਮਰਨ ਕਰਕੇ ਸਮਾਪਤੀ ਕਰ ਦਿਆਂਗੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਇਸ ਤਰ੍ਹਾਂ ਗੁਰਮੁਖੋ ਆਪਾਂ ਇਹ ਗੁਰਮੰਤਰ ਦਾ ਅਭਿਆਸ ਕਰਨਾ। ਬੇਨਤੀ ਕਿ ਜੇ ਜ਼ਿੰਦਗੀ 'ਚ ਕਈ ਵਾਰ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ, ਸਾਨੂੰ ਕੋਈ ਰਸਤਾ ਹੀ ਨਹੀਂ ਦਿੰਦਾ, ਇਹੋ ਜਿਹੀ ਮੁਸ਼ਕਲ 'ਚ ਆਪਾਂ ਫਸ ਜਾਂਦੇ ਆ ਕਿ ਕੋਈ ਰਸਤਾ ਹੀ ਨਹੀਂ ਦਿੰਦਾ ਆਪਾਂ ਨੂੰ ਕੀ ਕਰਨਾ। ਉਦੋਂ ਬੈਠ ਕੇ ਗੁਰਮੰਤਰ ਦਾ ਅਭਿਆਸ ਕਰਨਾ ਸ਼ੁਰੂ ਕਰ ਦਿਓ। ਇਹੋ ਜਿਹਾ ਰਸਤਾ ਮਿਲੂਗਾ ਜਿਹੜਾ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ, ਕਿਉਂਕਿ ਮਾਲਕ ਫਿਰ ਸਾਡੀ ਮਦਦ ਕਰਦਾ। ਆਪਾਂ ਜੀਵਨ ਦੀ ਜਾਚ ਸਿੱਖ ਰਹੇ ਹਾਂ ਨਾ, ਆਪਣਾ ਜੀਵਨ ਹੀ ਮੁਸ਼ਕਲਾਂ ਦੇ ਅੰਦਰ ਘਿਰਿਆ ਹੋਇਆ ਸਾਰਿਆਂ ਦਾ। ਕਈ ਵਾਰੀ ਰਾਤ ਨੂੰ ਨੀਂਦ ਨਹੀਂ ਆਉਂਦੀ, ਇੰਨੇ ਵਿਚਾਰ ਸਾਡੇ ਵੱਧ ਜਾਂਦੇ ਆ। ਉਦੋਂ ਮੰਜੇ ਤੇ ਪੈ ਕੇ ਲੰਬੇ ਲੰਬੇ ਸਵਾਸ ਲੈ ਕੇ ਸਿਮਰਨ ਕਰਨਾ ਸ਼ੁਰੂ ਕਰ ਦਿਓ, ਬੜੇ ਆਰਾਮ ਨਾਲ ਸੌਂ ਜਾਓਗੇ। ਇਹ ਬੇਨਤੀਆਂ ਨੇ। ਵਿਚਾਰ ਕਰਦਿਆਂ ਤੋਂ ਕੋਈ ਐਸਾ ਸ਼ਬਦ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਜਾਂ ਕਈ ਵਾਰ ਜਦੋਂ ਜਵਾਨੀ ਗੁਰਬਾਣੀ ਬੋਲਦਿਆਂ ਕੋਈ ਸ਼ਬਦ ਅੱਗੋਂ ਪਿੱਛੋਂ ਬੋਲਿਆ ਜਾਂਦਾ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ ਹੈ, ਬਖਸ਼ ਲੈਣਾ। ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਉਪਰਾਲਾ ਕੀਤਾ ਆਪ ਸੰਗਤਾਂ ਦੇ ਸਹਿਯੋਗ ਸਦਕਾ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ 'ਚ, ਤੇ ਸਾਨੂੰ ਜਿਨ੍ਹਾਂ ਨੇ ਆਜੀਵਨ ਦੀ ਜਾਚ ਸਿਖਾਈ ਗੁਰਬਾਣੀ ਦੁਆਰਾ, ਸਤਿਕਾਰਯੋਗ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹਨਾਂ ਦੀ ਜਾਚ ਅੱਜ ਦਾ ਸਮਾਗਮ ਹੋਇਆ। ਬਹੁਤ ਬਹੁਤ ਧੰਨਵਾਦ ਸਮੁੱਚੇ ਸੇਵਾਦਾਰਾਂ ਦਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰ ਧੰਨਵਾਦ, ਜਿਨ੍ਹਾਂ ਦੀ ਛਤਰ ਛਾਇਆ ਹੇਠਾਂ ਬੈਠ ਕੇ ਆਪਾਂ ਸਾਰਿਆਂ ਨੇ ਕੁਝ ਕੁ ਸਮਾਂ ਉਸ ਪਰਮਾਤਮਾ ਦੇ ਗੁਣ ਗਾ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਉਦਮ ਉਪਰਾਲਾ ਕੀਤਾ। ਅਕਾਲ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਟਾਈਮਜ਼ ਸਰਦਾਰ ਮਨਮੋਹਨ ਸਿੰਘ ਜੀ ਜਰਮਨੀ ਤੋਂ ਆਏ ਆ, ਜਿਨ੍ਹਾਂ ਦੇ ਮਨ 'ਚ ਚਾਅ ਆ ਕਿ ਕੋਈ ਗੁਰੂ ਦਾ ਸੁਨੇਹਾ ਆਪਦੇ ਮੀਡੀਆ ਅਖਬਾਰ ਰਾਹੀਂ ਜਾਂ ਇਹਨਾਂ ਕੋਲੇ ਪ੍ਰਬੰਧ ਆ ਅਕਾਲ ਚੈਨਲ ਦਾ, ਵੀ ਇਹ ਰਿਕਾਰਡਿੰਗ ਕਰਕੇ ਇਸ ਆਪਣੇ ਗੁਰੂ ਘਰ ਦਾ ਪ੍ਰੋਗਰਾਮ ਸਮੁੱਚੀ ਦੁਨੀਆ 'ਚ ਦਿਖਾਇਆ ਜਾਵੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।